ਇਹ ਕਦੋਂ ਪਤਾ ਲੱਗਾ ਤੁਹਾਡੇ ਹਸਬੰਡ ਨੂੰ ਕਿ ਤੁਹਾਡੇ ਰਿਲੇਸ਼ਨ ਜਿਹੜੇ ਆ ਮੇਰੀ ਮਾਸੀ ਦੇ ਮੁੰਡੇ ਨਾਲ ਬਣ ਗਏ ਆ? ਪਤਾ ਵੀ ਮੇਰੀਆਂ ਇਹਨੇ ਫੋਟੋਆਂ ਖਿੱਚੀਆਂ ਇਹਨੇ ਫੋਟੋ ਕਿਹੜੀਆਂ ਸੀਗੀਆਂ? ਫੋਟੋ ਸੀਗੀਆਂ ਜਿਹੜੀਆਂ ਕਿ ਮਤਲਬ ਤੁਸੀਂ ਕਹਿ ਸਕਦੇ ਆ ਕਿ ਦੇਖਣ ਯੋਗ ਨਹੀਂ ਹੈ, ਅਸ਼ਲੀਲ ਫੋਟੋਆਂ ਤੁਹਾਡੀਆਂ ਦੇਖਣ ਯੋਗ ਨਹੀਂ ਗੀਆਂ। ਤੁਸੀਂ ਸ਼ਾਦੀशुदा ਹੋ, ਤੁਸੀਂ ਮੁੰਡੇ ਨਾਲ ਰਿਲੇਸ਼ਨ ਕਿਉਂ ਬਣਾਏ? ਤੁਸੀਂ ਆਪਣੇ ਘਰ ਵਿੱਚ ਰਹਿ ਰਹੇ ਸੀ, ਤੁਹਾਡੇ ਕੋਲ ਬੱਚਾ ਆ। ਹਾਂ, ਜਦੋਂ 12 ਸਾਲ ਬੱਚਾ ਚੱਲ ਗਿਆ, ਹੀਰ ਧੋਖਾ ਦੇ ਕੇ ਚਲੀ ਗਈ ਸੀਗੀ ਜੀ। ਉਹੀ ਗੱਲ ਹੈ ਕਿ ਕੁੜੀ ਨਹੀਂ ਆ ਵੀ ਇਹਨੇ ਨੂੰ ਬਹੁਤ ਵੱਡਾ ਧੋਖਾ ਦਿੱਤਾ ਜੀ। ਉਦਾਂ ਕਰਦਾ ਪਰ ਭਾਜੀ ਮੇਰਾ ਹਸਬੈਂਡ ਹੀਰਾ ਸੀ, ਮੈਂ ਜਾਣੀ ਕਿ ਅੱਜ ਉਹਦੀ ਮੇਰੀ ਪੈਕ ਸੁਣਦੀ ਉਹਦੀ ਮੇਰਾ ਆਦਮੀ ਸਹੀ ਸੀ, ਪਰ ਮੈਨੂੰ ਇਹਨਾਂ ਨੇ ਗਲਤ ਰਾਹੇ ਮੇਰੇ ਜਿਹੜਾ ਕਲੰਕ ਲੱਗਾ ਉਹ ਇਹਨਾਂ ਨੇ ਲਾਇਆ। ਅਸੀਂ ਇਹ ਰਿਸ਼ਤਾ ਨਹੀਂ ਹੋਣਾ, ਚੱਲ ਕੁੜੀਏ ਦਫਾ ਹੋ ਇੱਥੋਂ ਸਾਡੇ ਕੋਲੋਂ, ਤੂੰ ਤਾਂ ਮੇਰਾ ਮੁੰਡਾ ਬਰਬਾਦ ਕਰਨ ਲੱਗੀ ਆ। ਤੂੰ ਉਸ ਟਾਈਮ ਕਿਉਂ ਨਹੀਂ ਇਹ ਗੱਲਾਂ ਕਹੀਆਂ ਜਿਸ ਟਾਈਮ ਤੈਨੂੰ ਕਹਿਣੀਆਂ ਚਾਹੀਦੀਆਂ ਸੀ? ਪਰ ਇੱਕ ਮਾਸੀ ਨੇ ਆਪਣੇ ਭਾਣਜੇ ਦਾ ਘਰ ਬਰਬਾਦ ਕੀਤਾ ਔਰ ਤੁਸੀਂ ਬੇਟਾ ਸ਼ਾਦੀशुदा ਹੋ, ਭਾਵੇਂ ਮੇਰੇ ਪਿੰਡ ਦੇ ਹੋ, ਪਰ ਐਡਾ ਵੱਡਾ ਤੁਸੀਂ ਸਟੈਪ ਆਪਣੇ ਘਰ ਵਾਲੇ ਨੂੰ ਛੱਡ ਕੇ ਆਪਣੀ ਮਾਸੀ ਦੇ ਮਗਰ ਕਿਉਂ ਲੱਗੇ ਹੋ? ਕਾਰਨ ਕੀ ਹੈ? ਬਲਵਿੰਦਰ ਕੌਰ ਨੂੰ, ਤੁਹਾਡੀ ਉਮਰ 33 ਸਾਲ ਦੀ ਹੈ, ਇਹਦੀ 22 ਸਾਲ ਦੀ ਹੈ, 11 ਸਾਲ ਦਾ ਫਰਕ ਹੈ। ਫਿਰ ਇਹ ਬਲਵਿੰਦਰ ਕੌਰ ਕਹਿੰਦੀ ਕਿ ਤੂੰ ਮੇਰੇ ਲੜਕੇ ਨਾਲ ਸ਼ਾਦੀ ਕਰਾ ਲੈ, ਅਤੇ ਤੁਸੀਂ ਆਪਣੇ ਘਰ ਵਾਲੇ ਨੂੰ ਧੋਖਾ ਦਿੱਤਾ ਕਿ ਕਿੰਨਾ ਲੱਖ ਰੁਪਈਆ ਲਟਾਇਆ ਤੁਸੀਂ ਇਹਨਾਂ ਨੂੰ? 35 ਲੱਖ ਰੁਪਈਆ। ਔਰ ਇਹ ਮੁੰਡੇ ਨਾਲ ਜਗਵੰਤ ਹੈ, ਇਹਨੇ ਉਹਨਾਂ ਨੂੰ ਸੱਦਿਆ ਆ ਔਰ ਇਹਨਾਂ ਤੋਂ ਪੈਸੇ ਲੈ ਲਏ 35 ਲੱਖ। ਤਾਂ ਹੁਣ ਜਿਹੜਾ ਆ ਉਹ ਇਹਨੂੰ ਘਰੋਂ ਕੱਢ ਦਿੱਤਾ ਆ ਔਰ ਨਾ ਘਰ ਦੀ ਨਾ ਘਾਟ ਦੀ। ਸੋ ਦੇਖੋ ਕੁੜੀ ਜਿਹੜੀ ਆ ਹੁਣ ਬਾਹਰ ਦੀ ਵਾਲੀ ਗੱਲ ਹੋ ਗਈ ਹੈ। ਲਵਜੀਤ 15 ਸਾਲ ਤੁਸੀਂ ਇੱਕ ਆਪਣੇ ਪਤੀ ਪਰਮੇਸ਼ਰ ਦੇ ਨਾਲ ਰਹੇ, ਬਲਵੀਰ ਸਿੰਘ ਦੇ ਨਾਲ। ਤੁਸੀਂ ਸ਼ਾਦੀ ਕਰਾ ਕੇ ਕਦੋਂ ਇੱਥੇ ਆਏ ਹੰਗਰੀ ਕੰਟਰੀ ਦੇ ਵਿੱਚ? ਹੰਗਰੀ ਕੰਟਰੀ ਵਿੱਚ ਕਿਹੜਾ ਸ਼ਹਿਰ ਹੈ? ਹੰਗਰੀ ਕੰਟਰੀ ਦੇ ਵਿੱਚ ਭਾਜੀ ਬੁਡਾਪੇਸਟ ਮੇਰਾ ਸ਼ਹਿਰ ਸੀ। ਕਦੋਂ ਆਏ ਤੁਸੀਂ ਇਸ ਕੰਟਰੀ ਵਿੱਚ? 2005 24 ਫਰਵਰੀ ਨੂੰ ਸਾਡੀ ਵਿਆਹ ਹੋਇਆ। ਉਸ ਤੋਂ ਬਾਅਦ 5 ਦਿਨਾਂ ਬਾਅਦ ਮੈਂ ਤੇ ਮੇਰਾ ਹਸਬੈਂਡ ਦੋਨੇ ਜਾਣੇ ਸੀ ਇੱਥੇ ਹੰਗਰੀ ਦੇ ਵਿੱਚ, ਜਿੱਦਾਂ ਆਪਣਾ ਵਰਕ ਪਰਮਿਟ ਤੇ ਅਸੀਂ ਆਏ ਸੀ ਇੱਥੇ, ਹਨਾ। ਨਹੀਂ, ਤੁਸੀਂ ਸ਼ਾਦੀ ਤੁਹਾਡੀ ਕਿਹੜੇ ਸਾਲ ਵਿੱਚ ਹੋਈ ਹੈ? 2005 ਤੇ ਸ਼ਾਦੀ ਹੋਈ। 2005 ਦੇ ਵਿੱਚ ਮਾਰਚ ਦੀ 1 ਤਰੀਕ ਨੂੰ ਅਸੀਂ ਇੱਥੇ ਮੂਵ ਹੋ ਗਏ ਸੀ ਹੰਗਰੀ। ਅੱਛਾ, ਕਿੰਨੇ ਦਿਨਾਂ ਬਾਅਦ ਮੂਵ ਹੋ ਗਏ ਇੱਥੇ? ਤੁਹਾਡੇ ਹਸਬੰਡ ਪਹਿਲਾਂ ਹੰਗਰੀ ਵਿੱਚ ਰਹਿੰਦੇ ਸੀ? 5-6 ਦਿਨਾਂ ਬਾਅਦ। ਹਾਂਜੀ, 5-6 ਦਿਨਾਂ ਬਾਅਦ ਅਸੀਂ ਮੂਵ ਹੋ ਗਏ ਸੀ ਇੱਥੇ। ਤੁਸੀਂ ਕਿੰਨੇ ਬੱਚਿਆਂ ਨੂੰ ਜਨਮ ਦਿੱਤਾ? ਮੇਰੇ ਕੋਲ ਇੱਕ ਬੇਬੀ ਆ। ਬੇਬੀ, ਓਕੇ, ਠੀਕ ਹੈ ਜੀ। ਉਹਦਾ ਨਾਂ ਨਹੀਂ ਦੱਸਣਾ ਮੈਨੂੰ ਕਿਉਂਕਿ ਬੇਬੀ ਛੋਟੀ ਉਮਰ ਦਾ ਹੋਵੇਗਾ। ਕਿੰਨੀ ਉਮਰ ਉਹਦੀ ਵੈਸੇ? ਹਾਂਜੀ, ਉਹ 11 ਸਾਲ ਦਾ ਆ। ਠੀਕ ਹੈ ਜੀ। ਲੜਕਾ ਹੈ? ਹਾਂਜੀ, ਲੜਕਾ ਹੈ। ਅੱਛਾ, ਤੁਹਾਡੀ ਜ਼ਿੰਦਗੀ ਦੇ ਵਿੱਚ ਇੱਕ ਬਹੁਤ ਵੱਡਾ ਪਰਿਵਰਤਨ ਜਿਹੜਾ ਆਇਆ ਤੇ ਤੁਹਾਡੇ ਘਰ ਨੂੰ ਤਬਾਹ ਕਰਨ ਵਾਲਾ ਕੋਈ ਆਂਢ ਗਵਾਂਢ ਨਹੀਂ ਹੈ, ਇਹ ਤੁਹਾਡੀ ਖੁਦ ਤੁਹਾਡੇ ਹਸਬੰਡ ਦੀ ਮਾਸੀ ਹੈ। ਇਹ ਸੱਚੀ ਗੱਲ ਹੈ? ਹਾਂਜੀ ਭਾਜੀ, ਇਹ ਸੱਚੀ ਗੱਲ ਆ। ਜਿਹੜੀ ਮਾਸੀ ਆ ਤੁਹਾਡੀ ਹਸਬੰਡ ਦੀ ਸਕੀ, ਇਹ ਮਾਸੀ ਹੈ ਜਾਂ ਫਿਰ ਤਾਏ ਚਾਚੇ ਚੋਂ ਆ ਜਾਂ ਫਿਰ ਨਾਨੀ ਦੀ ਚੜਾਨੀ ਹੈ? ਭਾਜੀ ਨਹੀਂ, ਇਹਨਾਂ ਦੀ ਜਿਹੜਾ ਇਹਨਾਂ ਦਾ ਮੇਰੇ ਹਸਬੰਡ ਦਾ ਨਾਨਾ ਸੀਗਾ, ਉਹ ਹੋਰ ਸੀਗਾ, ਜਿੱਦਾਂ ਵੱਡਾ ਮਾਂ ਇੱਕ ਆ ਤੇ ਨਾਨਾ ਇਹਨਾਂ ਦਾ ਜਿੱਦਾਂ ਦੂਜਾ ਸੀ। ਆਈ ਸੀ, ਮਤਲਬ ਮਾਂ ਇੱਕ ਹੈ ਤਾਂ ਜਿਹੜਾ ਉਹਨਾਂ ਦਾ ਫਾਦਰ ਹੈ ਉਹ ਮਤਲਬ ਦੂਜਾ ਆ। ਹਾਂਜੀ ਹਾਂਜੀ, ਉਹ ਵੀ ਸਕੇ ਭਰਾ ਸੀਗੇ। ਰੋੜਕੇ ਕਲਾਂ ਦੀ ਲੇਡੀ ਆ, ਇਹਨਾਂ ਨੂੰ ਭਾਨੇ ਕਿਆਂ ਦੇ ਕਹਿੰਦੇ ਆ। ਰੋੜਕਾ ਇਹ ਜਿਹੜੀ ਤੁਹਾਡੇ ਹਸਬੰਡ ਦੀ ਮਾਸੀ ਆ ਉਹਦਾ ਨਾਮ ਕੀ ਹੈ? ਉਹਨਾਂ ਦਾ ਨਾਮ ਬਲਵਿੰਦਰ ਕੌਰ ਆ। ਬਲਵਿੰਦਰ ਕੌਰ ਹੈ। ਇਹ ਰੁੜਕੇ ਤੋਂ ਆ, ਵੱਡੇ ਰੁੜਕੇ ਤੋਂ? ਹਾਂਜੀ। ਇਹਨਾਂ ਦੇ ਫਾਦਰ ਦਾ ਨਾਮ ਕੀ ਹੈ? ਇਹਨਾਂ ਦੇ ਫਾਦਰ ਦਾ ਨਾਮ ਹੈਗਾ ਆ ਅਜੀਤ ਸਿੰਘ। ਅਜੀਤ ਸਿੰਘ ਕਿਹੜਾ ਪਾਸਾ ਹੈ ਰੁੜਕੇ ਕਲਾਂ ਚ? ਭਾਜੀ ਇਹ ਖੂਤੇ ਰਹਿੰਦੇ ਸੀ। ਇਹਨਾਂ ਨੂੰ ਭਾਨੇ ਕਿਆਂ ਦੇ ਕਹਿੰਦੇ ਸੀ ਉੱਥੇ। ਭਾਨੇ ਕਿਆਂ ਕਹਿੰਦੇ ਬਲਵਿੰਦਰ ਕੌਰ ਨੂੰ। ਇਹ ਬਲਵਿੰਦਰ ਕੌਰ ਦੀ ਸ਼ਾਦੀ ਕਿਹੜੇ ਪਿੰਡ ਹੋਈ ਹੈ? ਇਹਨਾਂ ਦੀ ਸ਼ਾਦੀ ਤਲਵਣ ਵਿੱਚ ਹੋਈ ਸੀ। ਆਈ ਸੀ। ਸੋ ਪੁਆੜੇ ਤੁਹਾਡੇ ਸਹੁਰੇ ਆ ਤੇ ਇਹਦੇ ਸਹੁਰੇ ਤਲਵਣ ਹੈ। ਪੁਆੜੇ ਤੇ ਮੇਰੇ ਖਿਆਲ ਤਲਵਣ ਦਾ ਕੋਈ 2 ਕਿਲੋਮੀਟਰ ਦਾ ਫਾਸਲਾ ਮੈਨੂੰ ਲੱਗਦਾ ਹੈ ਜੀ। ਹਾਂਜੀ 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 ਹਾਂਜੀ। ਆਈ ਸੀ। ਸੋ ਜਿਹੜੀ ਬਲਵਿੰਦਰ ਕੌਰ ਹੈ ਤੁਹਾਡੇ ਹਸਬੰਡ, ਇਹ ਵੀ ਇਹ ਤੁਹਾਡੇ ਨਾਲ ਰਿਸ਼ਤਾ ਸੀਗਾ, ਆਉਣ ਜਾਣ ਸੀ? ਇਹ ਕਿਵੇਂ ਇਹ ਸਾਰਾ ਕੁਝ ਤੁਹਾਡੇ ਘਰ ਵਾਲੀ ਤੁਸੀਂ ਸ਼ਾਦੀशुदा ਸੀਗੇ ਔਰ ਇੱਕ ਮਾਸੀ ਨੇ ਆਪਣੇ ਭਾਣਜੇ ਦਾ ਘਰ ਬਰਬਾਦ ਕੀਤਾ ਔਰ ਤੁਸੀਂ ਬੇਟਾ ਸ਼ਾਦੀशुदा ਹੋ, ਭਾਵੇਂ ਮੇਰੇ ਪਿੰਡ ਦੇ ਹੋ, ਪਰ ਐਡਾ ਵੱਡਾ ਤੁਸੀਂ ਸਟੈਪ ਆਪਣੇ ਘਰ ਵਾਲੇ ਨੂੰ ਛੱਡ ਕੇ ਆਪਣੀ ਮਾਸੀ ਦੇ ਮਗਰ ਕਿਉਂ ਲੱਗੇ ਹੋ? ਕਾਰਨ ਕੀ ਹੈ? ਭਾਜੀ ਇਹਨਾਂ ਨੇ ਪਹਿਲਾਂ ਤਾਂ ਮੈਨੂੰ ਆਪਣੀ ਧੀ ਬਣਾਇਆ, ਠੀਕ ਰਾਈਟ? ਧੀ ਬਣਾ ਕੇ ਮੇਰੇ ਤੇ ਇੰਨਾ ਕੁ ਮੈਨੂੰ ਯਾਨੀ ਕਿ ਆਪਣਾ ਮੈਨੂੰ ਇਹਦੇ ਤੇ ਇੰਨਾ ਕੁ ਯਕੀਨ ਸੀ, ਇਹਨੂੰ ਮੇਰੇ ਤੇ ਇੰਨਾ ਕੁ ਯਕੀਨ ਸੀ
ਕਿ ਮੈਂ ਇਸ ਤੋਂ ਬਿਨਾਂ 1 ਮਿੰਟ ਵੀ ਜਾਣੀ ਕਿ ਇਹਦਾ ਵਸਾ ਨਹੀਂ ਸੀ ਕਹਿੰਦੀ। 24 ਘੰਟੇ ਮੇਰਾ ਫੋਨ ਇਹਨਾਂ ਦੇ ਨਾਲ ਮਾਂ ਪੁੱਤ ਪਹਿਲਾਂ ਇਹਦੇ ਨਾਲ ਚੱਲਦਾ ਹੁੰਦਾ ਸੀ, ਫਿਰ ਮੇਰਾ ਜਦੋਂ ਇਹਨੇ ਜਦੋਂ ਡਾਇਰੈਕਟ ਮੁੰਡੇ ਨਾਲ ਜਦੋਂ ਗੱਲ ਹੋਣੀ ਸ਼ੁਰੂ ਕਰਵਾਤੀ, ਉਦੋਂ ਬਾਅਦ ਚ ਮੁੰਡੇ ਪਹਿਲਾਂ ਇਹਨੇ ਗੱਲ ਕਰਨੀ, ਫਿਰ ਮੁੰਡੇ ਨਾਲ ਕਰਾਉਣੀ। ਉਦੋਂ ਬਾਅਦ ਚ ਮੇਰੇ ਜਿਹੜਾ ਹਸਬੈਂਡ ਸੀ ਉਹ ਪਹਿਲਾਂ ਉਹਦੇ ਬ੍ਰਦਰ ਦੇ ਖਿਲਾਫ ਮੈਨੂੰ ਭੜਕਾਇਆ, ਮੈਨੂੰ ਉਹਨਾਂ ਦੇ ਖਿਲਾਫ ਭੜਕਾਇਆ। ਫਿਰ ਉਸ ਤੋਂ ਬਾਅਦ ਮੇਰੀਆਂ ਨਨਾਣਾਂ ਨੂੰ ਮੇਰੇ ਖਿਲਾਫ ਭੜਕਾਇਆ, ਮੈਨੂੰ ਉਹਨਾਂ ਦੇ ਖਿਲਾਫ ਭੜਕਾਇਆ। ਵਾਰੀ ਆ ਗਈ ਮੇਰੇ ਹਸਬੈਂਡ ਤੇ। ਇਹਨਾਂ ਨੂੰ ਜਦੋਂ ਪਤਾ ਲੱਗਾ ਵੀ ਇਹਦੇ ਕੋਲ ਪੈਸਿਆਂ ਦਾ ਸਾਰਾ ਘਰ ਦਾ ਹਿਸਾਬ ਕਿਤਾਬ ਇਹਦੇ ਕੋਲ ਆ, ਇਹਨੂੰ ਪਟਾਓ। ਮੈਨੂੰ ਪਟਾ ਕੇ ਉਦੋਂ ਬਾਅਦ ਦੇ ਵਿੱਚ ਮੈਨੂੰ ਬਲਵੀਰ ਦੇ ਖਿਲਾਫ ਜਾਣੀ ਕਿ ਇੰਨਾ ਕੁ ਕਰ ਦਿੱਤਾ ਕਿ ਬਲਵੀਰ ਬਈ ਇੱਥੇ ਆਹ ਕੰਮ ਕਰਦਾ ਆ, ਏਦਾਂ ਕਰਦਾ ਆ। ਜਾਣੀ ਕਿ ਇਹਨਾਂ ਨੇ ਬਲਵੀਰ ਦੇ ਖਿਲਾਫ ਮੈਨੂੰ ਬਲਵੀਰ ਦੇ ਖਿਲਾਫ ਵੀ ਭੜਕਾਉਣਾ ਸ਼ੁਰੂ ਕਰਤਾ ਮੇਰੇ ਹਸਬੈਂਡ। ਤੁਸੀਂ ਹੰਗਰੀ ਸੀਗੇ ਤਾਂ ਇਹ ਤੁਹਾਡੀ ਮਾਸੀ ਜਿਹੜੀ ਆ ਔਰ ਇਹ ਇੰਡੀਆ ਤਲਵਣ ਸੀਗੀ, ਤੁਸੀਂ ਤਲਵਣ ਨੂੰ ਫੋਨ ਕਰਦੇ ਸੀਗੇ, ਤੁਹਾਡਾ ਹਸਬੈਂਡ ਬਲਵੀਰ। ਅਸੀਂ ਆਂਦੇ ਜਾਂਦੇ ਭਾਜੀ ਉੱਥੇ ਸੀ, ਅਸੀਂ ਪੁਆਧਰੀ ਬਹੁਤ ਘੱਟ ਰਹਿੰਦੇ ਸੀ ਕਿਉਂਕਿ ਸਾਡੇ ਘਰ ਜਿੱਦਾਂ ਕੀ ਕਹ ਲਓ ਵੀ ਕੱਲਾ ਬੰਦਾ ਉੱਥੇ ਉਸ ਘਰ ਦੇ ਵਿੱਚ ਘਰ ਬਹੁਤ ਵੱਡਾ ਸੀ ਮੇਰੇ ਸਹੁਰਿਆਂ ਦਾ, ਤੇ ਕੱਲਾ ਬੰਦਾ ਜਿੱਦਾਂ ਮੈਂ ਇੰਡੀਆ ਕੱਲੀ ਜਾਂਦੀ ਸੀ ਜਾਂ ਮੇਰੇ ਹਸਬੈਂਡ ਜਾਂਦੇ ਸੀ ਕੱਲੇ, ਤਾਂ ਅਸੀਂ ਜਦੋਂ ਜਾਈਦਾ ਸੀ ਅਸੀਂ ਇਹਦੇ ਕੋਲ ਹੀ ਜਾ ਕੇ ਉੱਥੇ ਰਹੀਦਾ ਸੀ ਜਿੱਦਾਂ ਪੁਆਧਰੀ। ਤੁਸੀਂ ਮਤਲਬ ਪੁਆਧੜੇ ਰਹਿੰਦੇ ਸੀ, ਤਲਵਣ ਤੁਸੀਂ ਨਹੀਂ ਸੀ ਰਹਿੰਦੇ ਕਿਉਂਕਿ ਤਲਵਣ ਤੁਹਾਡੇ ਘਰ ਦੇ ਵਿੱਚ ਕੋਈ ਹੈ ਨਹੀਂ ਸੀ, ਦਰਾਣੀ ਜਠਾਣੀ ਨਹੀਂ ਸੀ ਉੱਥੇ ਕੋਈ? ਨਹੀਂ, ਮੈਂ ਵੱਡੀ ਸੀਗੀ ਇਸ ਕਰਕੇ ਅਸੀਂ ਜਦੋਂ ਜਾਂਦੇ ਸੀ ਆਪਣੇ ਇੰਡੀਆ ਆਪਣੇ ਪੁਆਧਰੀ, ਅਸੀਂ ਰਾਤ ਨੂੰ ਇਹਦੇ ਕੋਲ ਜਾ ਕੇ ਰੋਟੀ ਪਾਣੀ ਸਾਡਾ ਇਹ ਪਕਾਉਂਦੀ ਹੁੰਦੀ ਸੀ। ਅੱਛਾ, ਉਸ ਤੋਂ ਬਾਅਦ ਤੁਸੀਂ ਗਏ ਆ ਤੇ ਤੁਹਾਡਾ ਹਸਬੈਂਡ ਜਦੋਂ ਕੱਲਾ ਜਾਂਦਾ ਸੀ ਤੇ ਇਹਨੇ ਐਲੀਗੇਸ਼ਨ ਲਾਉਣੀ ਸੀ ਕਿ ਤੁਹਾਨੂੰ ਲਵਜੋਤ ਕਿ ਜਿਹੜਾ ਬਲਵੀਰ ਹੈ ਇਹ ਬਾਹਰ ਫਿਰਦਾ ਆ, ਕਿਹੋ ਜਿਹੇ ਦੋਸ਼ ਲਾਉਣੇ ਸੀ? ਇਹਦਾ ਲੜਕੇ ਦੇ ਨਾਲ ਹੁੰਦਾ ਸੀਗਾ, ਹਰ ਵੇਲੇ ਨਾਲ ਜਾਂਦਾ ਆਉਂਦਾ ਸੀ ਉਹ। ਫਿਰ ਦੋਨੇ ਜਾਣੇ ਮੈਨੂੰ ਦੱਸਦੇ ਹੁੰਦੇ ਸੀ ਵੀ ਏਦਾਂ ਕਰਦਾ ਆ ਓਦਾਂ ਕਰਦਾ। ਪਰ ਭਾਜੀ ਮੇਰਾ ਹਸਬੈਂਡ ਹੀਰਾ ਸੀ, ਮੈਂ ਜਾਣੀ ਕਿ ਅੱਜ ਉਹਦੀ ਮੇਰੀ ਪੈਚ ਸੁਣਦੀ ਉਹਦੀ, ਮੇਰਾ ਆਦਮੀ ਸਹੀ ਸੀ ਪਰ ਮੈਨੂੰ ਇਹਨਾਂ ਨੇ ਗਲਤ ਰਾਹੇ ਮੇਰੇ ਜਿਹੜਾ ਕਲੰਕ ਲੱਗਾ ਉਹ ਇਹਨਾਂ ਨੇ ਲਾਇਆ। ਇੱਕ ਸਿਰਫ ਬਾਹਰ ਆਉਣ ਦੀ ਖਾਤਰ ਤੇ ਦੂਜਾ ਨੰਬਰ ਪੈਸੇ ਦੀ ਖਾਤਰ ਵੀ ਸਾਨੂੰ ਇਹਨੂੰ ਪੈਸੇ ਨਾ ਇਹ ਮਤਲਬ ਕਿ ਤੁਸੀਂ ਬਲਵਿੰਦਰ ਕੌਰ ਨੂੰ ਆਪਣੇ ਘਰ ਵਾਲੀ ਜਿਹੜੀ ਮਾਸੀ ਹੈ ਤੇ ਮਾਸੀ ਦਾ ਮੁੰਡਾ ਅਜੀਤ, ਕੀ ਨਾਮ ਲੜਕੇ ਦਾ? ਅਜੀਤਪਾਲ ਹੈ? ਜਗਵੰਤ ਸਿੰਘ। ਅੱਛਾ, ਲੜਕੇ ਦੇ ਜਿਹੜੇ ਫੋਟੋ ਦਿਖਾ ਰਹੇ ਜਗਵੰਤ ਹੈ, ਇਹਦੀ ਕਿੰਨੀ ਉਮਰ ਆ? ਇਹ 23 ਸਾਲ ਦਾ ਹੁਣ। 23 ਸਾਲ ਦਾ ਹੈ? ਹਾਂਜੀ। ਤੁਹਾਡੀ ਉਮਰ ਕਿੰਨੀ ਆ? ਮੈਂ 33 ਸਾਲ ਦੀ ਹਾਂ। 33 ਸਾਲ ਦੇ ਆ। ਤੁਸੀਂ ਫਿਰ ਇਹਨਾਂ ਨੂੰ ਸਪਾਂਸਰ ਕਰਕੇ ਕੈਨੇਡਾ ਵਿੱਚ ਸੱਦਿਆ ਬਲਵਿੰਦਰ ਕੌਰ ਤੇ ਜਗਵੰਤ ਨੂੰ? ਭਾਜੀ ਮੈਂ ਇਹਨਾਂ ਨੂੰ ਪਹਿਲਾਂ ਤਾਂ ਇਹਨਾਂ ਦੀ ਬੇਟੀ ਸੱਦੀ ਸੀ ਵਰਕ ਪਰਮਿਟ ਤੇ ਇੱਥੇ ਆਪਣੇ ਕੋਲ, ਇਹਨਾਂ ਤੋਂ ਕੋਈ ਪੈਸਾ ਨਹੀਂ ਲਿਆ, ਜਿੱਦਾਂ ਫ੍ਰੀ ਉਦਾਂ ਹੀ ਮੈਂ ਜਿੱਦਾਂ ਬਾਕੀ ਆਪਣੀਆਂ ਨਨਾਣਾਂ ਨੂੰ ਇੱਥੇ ਸੱਦਿਆ। ਪਹਿਲਾਂ ਮੈਂ ਆਪਣੇ ਹਸਬੈਂਡ ਦੀ ਸਾਰੀ ਫੈਮਿਲੀ ਨੂੰ ਸੈੱਟ ਕੀਤਾ, ਉਹਨਾਂ ਦੇ ਪ੍ਰਾਹੁਣਿਆਂ ਨੂੰ ਕੁੜੀਆਂ ਦਿਆਂ ਨੂੰ ਇੱਥੇ ਮੰਗਾਇਆ, ਵਰਕ ਪਰਮਿਟ ਭੇਜੇ। ਫਿਰ ਉਸ ਤੋਂ ਬਾਅਦ ਮੈਂ ਇਹਨਾਂ ਦੀ ਕੁੜੀ ਨੂੰ ਮੰਗਾਇਆ, ਫਿਰ ਇਹਨਾਂ ਨੂੰ ਮੰਗਾਇਆ। ਇਹਨਾਂ ਨੇ ਸਿਰਫ ਇਹਨਾਂ ਦੇ ਬੈਂਕ ਦੇ ਵਿੱਚ ਇਹਨਾਂ ਨੇ ਲੋਨ ਲਿਆ ਸੀ, ਉਹ ਇਹਨਾਂ ਦਾ ਲੋਨ ਦਿੱਤਾ, ਕਰਵਾਇਆ, ਫ੍ਰੀ ਕਰਾਇਆ ਇਹਨੂੰ। ਫਿਰ ਉਸ ਤੋਂ ਬਾਅਦ ਇਹਨਾਂ ਨੇ ਮੇਰੇ ਜਿਹੜੇ ਪੈਸੇ ਖਾਦੇ ਮੇਰੇ ਤੋਂ ਲੈ ਕੇ ਜਿੱਦਾਂ ਮੈਂ ਇਹਨਾਂ ਤੇ ਖਰਚਾ ਕੀਤਾ, ਟੋਟਲ ਮਿਲਾ ਕੇ 35 ਲੱਖ ਰੁਪਈਆ ਮੈਂ ਇਹਨਾਂ ਤੇ ਖਰਚ ਚੁੱਕੀ ਹਾਂ। ਨਹੀਂ, ਬਲਵੀਰ ਸਿੰਘ ਦੇ ਸ਼ਾਦੀ ਤੁਹਾਡੀ ਬਲਵੀਰ ਸਿੰਘ ਨਾਲ ਹੋਈ ਹੈ? ਬਲਵੀਰ ਸਿੰਘ ਨੂੰ ਪਤਾ ਸੀਗਾ ਕਿ ਤੁਸੀਂ ਬਲਵਿੰਦਰ ਕੌਰ ਜਿਹੜੀ ਆ ਉਹ ਤੁਹਾਡੇ? ਜਦੋਂ 12 ਲੱਖ ਰੁਪਈਆ ਮੈਂ ਇਹਨਾਂ ਦਾ ਕਰਜ਼ਾ ਲਾਇਆ ਸੀ ਉਸ ਟਾਈਮ ਬਲਵੀਰ ਨੂੰ ਮੈਂ ਉਹ ਤੋਂ ਚੋਰੀ ਦਿੱਤੇ ਸੀ। ਮੈਂ ਇਹਨਾਂ ਤੋਂ ਇੱਕ ਪ੍ਰਨੋਟ ਲਿਖਾਇਆ ਸੀ ਤੇ ਬਲਵੀਰ ਵਾਈ ਦੀ ਵੀ ਮੈਨੂੰ ਜੇ ਪੁੱਛੂਗਾ ਵੀ ਲਵਜੀਤ ਆ 12 ਲੱਖ ਰੁਪਈਆ ਬੈਂਕ ਦੇ ਵਿੱਚੋਂ ਕਿੱਥੇ ਗਿਆ ਤੇ ਮੈਂ ਉਹਨੂੰ ਦਿਖਾ ਸਕਦੀ ਹਾਂ ਪ੍ਰਨੋਟ ਵੀ ਜਿਹੜਾ ਤੁਸੀਂ ਮੈਨੂੰ ਦਿੱਤਾ। ਉਹ ਜਿਹੜਾ ਪ੍ਰਨੋਟ ਪੇਪਰ ਸੀ ਉਹ ਇਹਨਾਂ ਦੀ ਕੁੜੀ ਜਿਹੜੀ ਮੇਰੇ ਕੋਲ ਰਹਿੰਦੀ ਸੀ ਉਹਨੇ ਚੋਰੀ ਕੀਤਾ ਮੇਰੇ ਘਰੋਂ। ਨਹੀਂ, ਪਰ ਸਵਾਲ ਇਹ ਪੈਦਾ ਹੁੰਦਾ ਆਪਣੇ ਲਵਜੀਤ ਤੁਸੀਂ ਬੰਸੀਆਂ ਤੋਂ ਮੇਰੇ ਪਿੰਡ ਤੋਂ, ਔਰ ਤੁਹਾਡੇ ਮੰਮੀ ਡੈਡੀ ਦਾ ਕੀ ਨਾਮ ਹੈ? ਮੇਰੇ ਮੰਮੀ ਦਾ ਨਾਮ ਰੇਸ਼ਮ ਕੌਰ ਆ, ਮੇਰੇ ਡੈਡੀ ਦਾ ਨਾਮ ਗਰਮੇਸ਼ ਸਿੰਘ ਆ, ਸਾਨੂੰ ਗੁੱਟੀ ਵਾਲਿਆਂ ਦੇ ਕਹਿੰਦੇ ਆ। ਅੱਛਾ, ਤੁਹਾਡੇ ਫਾਦਰ ਸਾਹਿਬ ਇੰਡੀਆ ਵਿੱਚ ਨੇ? ਮੇਰੇ ਫਾਦਰ ਭਾਜੀ ਮੈਂ 1.5 ਸਾਲ ਦੀ ਸੀ ਜਦੋਂ ਡੈਥ ਹੋ ਗਈ ਉਹਨਾਂ ਦੀ। ਤੇ ਰੇਸ਼ਮ ਕੌਰ ਤੁਹਾਡੀ ਮਾਤਾ ਜੀ ਇਹ ਕਿੱਥੇ ਨੇ ਅੱਜਕੱਲ? ਉਹ ਇੰਗਲੈਂਡ ਦੇ ਵਿੱਚ ਨੇ, ਵੱਡੀ ਭੈਣ ਦੇ ਨਾਲ ਰਹਿੰਦੇ ਨੇ। ਉਹਨਾਂ ਨੇ ਵੀ ਮੇਰੇ ਨਾਲ ਰਿਲੇਸ਼ਨ ਫਿਨਿਸ਼ ਕਰ ਲਿਆ ਸੀ ਜਦੋਂ ਮੇਰਾ ਉਹ ਇੱਥੇ ਆਏ ਸੀ, ਉਹ ਇਹਨਾਂ ਨਾਲ ਫਿਨਿਸ਼ ਕਰਕੇ ਗਏ ਸੀ ਵੀ ਤੈਨੂੰ ਤੂੰ ਮੈਨੂੰ ਕਹਿੰਦੇ ਸੀ ਵੀ ਤੈਂ ਇਹਨਾਂ ਨੂੰ ਨਹੀਂ ਬੁਲਾਉਣਾ, ਇਹ ਤੈਨੂੰ ਨਹੀਂ ਬੁਲਾਉਣਗੇ। ਉਹ ਉਸ ਟਾਈਮ ਇਹ ਕਹਿੰਦੀ ਸੀ, ਇੱਥੇ ਆ ਕੇ ਬਦਲ ਗਏ, ਕਹਿੰਦੀ ਏਦਾਂ ਹੋ ਹੀ ਨਹੀਂ ਸਕਦਾ। ਮੈਂ ਕਿਹਾ ਜੇ ਨਹੀਂ ਹੋ ਸਕਦਾ ਤੂੰ ਇੰਡੀਆ ਸਾਨੂੰ ਕਹਿੰਦੀ ਵੀ ਹਾਂ ਵੀ ਅਸੀਂ ਇਹ ਰਿਸ਼ਤਾ ਨਹੀਂ ਹੋਣਾ, ਚੱਲ ਕੁੜੀਏ ਦਫਾ ਹੋ ਇੱਥੋਂ ਸਾਡੇ ਕੋਲੋਂ, ਤੂੰ ਤਾਂ ਮੇਰਾ ਮੁੰਡਾ ਬਰਬਾਦ ਕਰਨ ਲੱਗੀ ਆ। ਤੂੰ ਉਸ ਟਾਈਮ ਕਿਉਂ ਨਹੀਂ ਇਹ ਗੱਲਾਂ ਕਹੀਆਂ ਜਿਸ ਟਾਈਮ ਤੈਨੂੰ ਕਹਿਣੀਆਂ ਚਾਹੀਦੀਆਂ ਸੀ? ਤੂੰ ਇੱਥੇ ਬਾਹਰ ਆ ਕੇ ਪੈਸਾ ਮੇਰਾ ਲੈ ਕੇ ਮੈਨੂੰ ਆਹ ਗੱਲਾਂ ਹੁਣ ਇੱਥੇ ਕਹਿਣ ਡਈਆਂ। ਚੂੜਾ ਲੈ ਕੇ ਆਈ, ਸੂਟ ਲੈ ਕੇ ਆਈ, ਸਾਰਾ ਕੁਛ ਲੈ ਕੇ ਆਈ ਸੀ ਮੇਰੇ ਲਈ ਵੀ ਇਹਨੂੰ ਬਲਵੀਰ ਨੂੰ ਤਲਾਕ ਦੇ ਦੇ, ਮੇਰੇ ਮੁੰਡੇ ਨਾਲ ਵਿਆਹ ਕਰਾਂ।
ਸੋ ਤੁਸੀਂ ਇਹਨਾਂ ਨੂੰ ਮੈਨੂੰ ਏਦਾਂ ਕਹਿੰਦੇ ਤੁਸੀਂ ਸੀ ਆਪਣੀ ਲੋਕਾਂ ਨੂੰ- ਮਾਸੀ ਨੂੰ, ਘਰ ਵਾਲੀ ਦੀ ਮਾਸੀ ਨੂੰ ਸੱਦਿਆ ਆ ਔਰ ਤੁਹਾਡੀ ਮਾਸੀ ਨੇ ਤੁਹਾਡੇ ਹਸਬੰਡ ਦੇ ਵਿਰੁੱਧ ਕਰ ਦਿੱਤਾ, ਤੁਸੀਂ ਇੱਕ ਬੱਚੇ ਨੂੰ ਜਨਮ ਦਿੱਤਾ। ਕਸੂਰ ਤਾਂ ਇਹਦੇ ਵਿੱਚ ਬਿਲਕੁਲ ਤੇਰਾ। ਲਵਜੀਤ, ਤੂੰ ਕਿਉਂ ਸੁਣਿਆ ਇਹ ਮਾਸੀ ਨੂੰ? ਤੂੰ ਕਿਉਂ ਉਹਨਾਂ ਨੂੰ ਸੱਦਿਆ? ਤੂੰ ਕਿਉਂ ਪੈਸੇ ਦਿੱਤੇ ਚੋਰੀ? 15 ਕਿੰਨਾ ਲੱਖ ਰੁਪਏ ਦਿੱਤਾ? ਪਰ ਨੋਟ ਦਾ ਇੱਕ ਕਾਗਜ਼ ਦਾ ਟੁਕੜਾ ਆ, ਉਹ ਲੈ ਕੇ ਉਹਨੂੰ ਕੀ ਕਰਨਾ ਸੀ? ਮਤਲਬ ਇੱਕ ਜ਼ਿੰਮੇਵਾਰ ਵਿਅਕਤੀ ਹੈ, ਤੁਹਾਡੇ ਬੱਚੇ ਹੋ ਚੁੱਕੇ ਨੇ, 15 ਸਾਲ ਸ਼ਾਦੀ ਹੋ ਗਈ। ਮੇਰੇ ਚ ਇਦਾਂ ਦੀ ਸੀਗੀ ਕਿ ਮੈਂ ਅਗਲੇ ਦੇ ਨਾਲ ਝੱਟ ਕੋਲ ਮਿਲ ਜਾਂਦੀ ਸੀ ਹਨਾ, ਪਰ ਉਹਨਾਂ ਨੇ ਉਹਦਾ ਫਾਇਦਾ ਚੱਕਿਆ ਹਨਾ। ਨਹੀਂ, ਜਿਹੜੀ ਬਲਵਿੰਦਰ ਕੌਰ ਹੈ, ਤੁਸੀਂ ਇਹਨੂੰ ਸੱਦਿਆ, ਇਹ ਕਦੋਂ ਆਏ? ਕਿਹੜੇ ਸਾਲ ਚ ਆਏ ਇੱਥੇ ਹੰਗਰੀ? ਇਹ 2000 ਭਾਜੀ ਆਪਣੀ 19 ਦੇ ਵਿੱਚ ਆਏ, ਜਨਵਰੀ ਦੀ 30 ਤਰੀਕ ਨੂੰ। 2019 ਵਿੱਚ ਆਏ ਆ, ਜਨਵਰੀ ਦੀ 30 ਤਰੀਕ ਨੂੰ ਆਈ ਸੀ। ਤਾਂ ਜਗਵੰਤ ਜਿਹੜਾ ਆ ਉਸ ਵੇਲੇ ਕਿੰਨੀ ਉਮਰ ਦਾ ਸੀਗਾ? 21 ਸਾਲ ਦਾ, ਮਤਲਬ 22 ਸਾਲ ਦਾ? ਹਾਂਜੀ 22 ਸਾਲ ਦਾ ਸੀ। ਹਾਂਜੀ 21 ਖਾਰ 22 ਸਾਲ ਦਾ। 22 ਸਾਲ ਦਾ ਇਹ ਆ। ਤੁਹਾਡੀ ਉਮਰ? ਇਹ ਮੈਨੂੰ ਮੈਨੂੰ ਸੱਦਦੀ ਸੀ, ਮੈਨੂੰ ਕਹਿੰਦੀ ਸੀ ਮੈਂ ਤੇਰੇ ਤੋਂ ਬਿਨਾ ਮਰ ਜਾਣਾ। ਮੈਂ ਜਦੋਂ ਮੈਂ ਇਹਨਾਂ ਦਾ ਵੀਜ਼ਾ ਇੱਕ ਵਾਰੀ ਰਿਫਿਊਜ਼ ਹੋ ਗਿਆ ਸੀ, ਪਤਾ ਨਹੀਂ ਕਿੱਦਾਂ ਹੋਇਆ। ਇਹਨਾਂ ਨੇ ਫਿਰ ਮੈਂ ਇਹਨਾਂ ਨੂੰ ਕਿਹਾ ਵੀ ਮੈਂ ਕਿਹਾ ਮੈਂ ਬਲਵੀਰ ਨੂੰ ਛੱਡ ਨਹੀਂ ਸਕਦੀ। ਇਹਨਾਂ ਨੇ ਮੇਰੀਆਂ ਭਾਜੀ ਫੋਟੋਆਂ, ਇਹਨਾਂ ਨੇ ਮੈਨੂੰ ਬਲੈਕਮੇਲ ਕੀਤਾ, ਮੇਰੀਆਂ ਫੋਟੋਆਂ ਮੁੰਡੇ ਨੇ ਇਹਨਾਂ ਨੇ ਖਿੱਚੀਆਂ ਜਿੱਦਾਂ ਹਨਾ, ਮੈਨੂੰ ਇਹਨਾਂ ਨੇ ਬਲੈਕਮੇਲ ਕੀਤਾ। ਨਹੀਂ, ਤੁਸੀਂ ਪੁੱਛਿਆ ਸੀ ਆਪਣੇ ਹਸਬੰਡ ਨੂੰ ਕਿ ਮੈਂ ਉਹਨਾਂ ਦਾ ਵਰਕ ਪਰਮਿਟ ਦਵਾ ਰਹੀ ਹਾਂ ਤੇ ਸੱਦ ਰਹੀ ਹਾਂ? ਤੁਹਾਡੇ ਹਸਬੰਡ ਨੂੰ ਪਤਾ ਸੀ ਕਿ ਤੁਸੀਂ ਉਹਨਾਂ ਗੱਲਾਂ? ਜਦੋਂ ਮੈਂ ਪਹਿਲੀ ਵਾਰੀ ਅਪਲਾਈ ਕੀਤਾ ਸੀ ਉਸ ਟਾਈਮ ਮੇਰੇ ਹਸਬੰਡ ਨੂੰ ਪਤਾ ਸੀ, ਠੀਕ ਨਹੀਂ, ਉਸ ਟਾਈਮ ਉਹਨਾਂ ਨੂੰ ਪਤਾ ਸੀ। ਜਦੋਂ ਫਿਰ ਫਿਊਜ਼ ਹੋ ਗਿਆ, ਉਦੋਂ ਬਾਅਦ ਇਹਨਾਂ ਨੇ ਮੈਨੂੰ ਇਦਾਂ ਦੀਆਂ ਜਾਨੀ ਕਿ ਗੱਲਾਂ ਕਹੀਆਂ ਕਿ ਬਲਵੀਰ ਵੀ ਨਹੀਂ ਚਾਹੁੰਦਾ, ਨਾ ਸਾਡੀ ਕੁੜੀ ਚਾਹੁੰਦੀ ਆ, ਤੂੰ ਰੱਬ ਕਰਕੇ ਸਾਡਾ ਬਣਾ ਦੇ, ਅਸੀਂ ਇਦਾਂ ਆ ਉਦਾਂ, ਬਹੁਤ ਕੁਛ ਇਹਨਾਂ ਨੇ ਕਿਹਾ। ਮੈਂ ਇਹਨਾਂ ਦੀ ਸੁਣੀ ਦੋਹਾਂ ਦੀ, ਮੈਂ ਹੋਰ ਕਿਸੇ ਦੀ। ਮੇਰੀ ਮੰਮੀ ਖੁਦ, ਮੇਰੇ ਮਮ, ਮੇਰੀ ਸਿਸਟਰ ਸਾਰੇ ਇਹ ਗੱਲ ਕਹਿੰਦੇ ਸੀ ਕਿ ਤੂੰ ਇਹਨਾਂ ਦਾ ਨਾਮ ਨਾ ਕਰ, ਇਦਾਂ ਨਾ ਕਰ। ਪਰ ਮੈਨੂੰ ਪਤਾ ਨਹੀਂ ਕੀ ਭੂਤ ਸਵਾਰ ਹੋਇਆ ਸੀ, ਇਹਨਾਂ ਨੇ ਮੈਨੂੰ ਇੰਨਾ ਕੁ ਟੌਰਚਰ ਕੀਤਾ ਕਿ ਮੈਂ ਕਿਸੇ ਦੀ ਨਹੀਂ ਸੁਣੀ, ਮੈਂ ਸਿਰਫ ਇਹਨਾਂ ਨੂੰ ਦੋਹਾਂ ਨੂੰ ਸੁਣਿਆ। ਸੋ ਹਿਪਨੋਟਾਈਜ਼ ਕਰ ਲਿਆ। ਤੁਹਾਡੀ ਸਕੀ ਮਾਂ ਜਿਹਨੇ ਜਨਮ ਦਿੱਤਾ ਹੈ, ਤੁਸੀਂ ਇੰਨੀ ਕਿ ਜਾਨੀ ਕਿ ਘਰ ਦੇ ਵਿੱਚ, ਪਿੰਡ ਦੇ ਵਿੱਚ, ਜਾਨੀ ਕਿ ਮੇਰੇ ਸਾਰੇ ਪਿੰਡ ਪੁਆਧਨੇ ਚ ਤੁਸੀਂ ਸੁਣ ਸਕਦੇ ਆ, ਪਿੰਡ ਬਾਂਸੀਆਂ ਚ ਵੀ ਪੁੱਛ ਸਕਦੇ ਹੋ। ਮੈਂ ਨਾ ਇਦਾਂ ਦੀ ਸੀਗੀ, ਨਾ ਮੈਂ ਜਾਨੀ ਕਿ ਮੈਂ ਕਦੀ ਸੋਚ ਨਹੀਂ ਸਕਦੀ ਵੀ ਮੈਂ ਆਪਣੀ ਜ਼ਿੰਦਗੀ, ਆਪਣੇ ਆਦਮੀ ਦੀ ਤਾਂ ਆਪਣੇ ਮੁੰਡੇ ਦੀ ਜ਼ਿੰਦਗੀ ਖਰਾਬ ਕਰ ਦੂੰਗੀ। ਪਤਾ ਨਹੀਂ ਮੈਨੂੰ ਇਸ ਜਨਾਨੀ ਨੇ, ਇਸ ਮੁੰਡੇ ਨੇ ਮੈਨੂੰ ਕੀ ਕੀਤਾ ਜਿਹਦੇ ਕਰਕੇ ਮੈਂ ਆਪਣਾ ਘਰ ਅੱਜ ਤਬਾਹ ਕਰ ਲਿਆ। ਤੁਸੀਂ ਖੁਦ ਮਰ ਰਹੇ ਹੋ, ਤੁਸੀਂ ਆਪਣੇ ਪੈਰ ਕਹਾੜਾ ਆਪ ਮਾਰਿਆ, ਤੁਸੀਂ ਇਹ ਆਲਰੇਡੀ ਕਨਫੈਸ ਕੀਤਾ ਆ। ਔਰ ਇਹ ਸਭ ਕੁਝ ਬਲਵਿੰਦਰ ਕੌਰ ਦੇ ਹਾਂਜੀ ਇਹ ਹੱਥੀ ਹੋਇਆ। ਔਰ ਬਲਵਿੰਦਰ ਕੌਰ ਨੇ ਆਪਣੇ ਆਪ ਨੂੰ ਅਤੇ ਆਪਣੇ ਮੁੰਡੇ ਨੂੰ ਹੰਗਰੀ ਵਿੱਚ ਬੁਲਾਉਣ ਦੀ ਖਾਤਰ ਤੁਹਾਡੀ ਜ਼ਿੰਦਗੀ ਬਰਬਾਦ ਕੀਤੀ ਆ। ਔਰ ਇਹ ਬਲੈਕਮੇਲ ਕਿਵੇਂ ਕਰਦਾ ਰਿਹਾ ਜਿਹੜਾ ਸੀ ਜਗਵੰਤ? ਇਹਨੇ ਫੋਟੋ ਖਿੱਚ ਲਈਆਂ ਤੁਹਾਡੀਆਂ ਕੋਈ? ਹਾਂਜੀ ਮੇਰੀਆਂ ਇਹਨੇ ਫੋਟੋਆਂ ਖਿੱਚੀਆਂ ਸੀ, ਮੈਨੂੰ ਮੈਂ ਦੇਖੀਆਂ ਵੀ, ਖੁਦ ਅੱਖੀਂ। ਉਸ ਤੋਂ ਬਾਅਦ ਮੈਂ ਇਹਨੂੰ ਫਿਰ ਪੁਲਿਸ ਕੋ ਵੀ ਫੜਾਇਆ ਸੀ, ਮੇਰੇ ਕੋਲ ਪੇਪਰ ਵੀ ਹੈਗੇ ਉਹ ਪੁਲਿਸ ਵਾਲੇ। ਫਿਰ ਉੱਥੇ ਕਹਿੰਦਾ ਮੈਂ ਨਹੀਂ ਲਵਜੀਤ ਮੈਨੂੰ ਛੁਡਾ ਲਾ, ਮੈਂ ਹੁਣ ਨਹੀਂ ਇਦਾਂ ਦੇ ਕੁਛ ਕਰੂੰਗਾ। ਮੈਂ ਫਿਰ ਫਾਈਲ ਉਹ ਬੰਦ ਕਰਾਤੀ ਸੀਗੀ, ਰਾਈਟ, ਕਿਉਂਕਿ ਮਾਲਕ। ਅੱਛਾ, ਇਹਨੂੰ ਜਦੋਂ ਜਗਵੰਤ ਨੂੰ ਤੁਸੀਂ ਇਹਨਾਂ ਨੂੰ ਬਿਸਟਰ ਸੱਦ ਲਿਆ, ਬਲਵਿੰਦਰ ਕੌਰ ਨੂੰ, ਤੁਹਾਡੀ ਉਮਰ 33 ਸਾਲ ਦੀ ਹੈ, ਇਹਦੀ 22 ਸਾਲ ਦੀ ਹੈ, 11 ਸਾਲ ਦਾ ਫਰਕ ਹੈ। ਫਿਰ ਇਹ ਬਲਵਿੰਦਰ ਕੌਰ ਕਹਿੰਦੀ ਕਿ ਤੂੰ ਮੇਰੇ ਲੜਕੇ ਨਾਲ ਸ਼ਾਦੀ ਕਰਾ ਲਾ। ਇਹ ਕਹਿੰਦੀ ਸੀ ਮੇਰੇ ਮੁੰਡੇ ਨਾਲ ਵਿਆਹ ਕਰਾ, ਜੇ ਤੂੰ ਇਹਦੇ ਨਾਲ, ਜੇ ਤੁਸੀਂ ਇਦਾਂ ਰਹਿਣਾ ਹੀ ਆ। ਬਲਵੀਰ ਨੇ ਤਾਂ ਮਾਂ ਪਹਿਲਾਂ ਤਾਂ ਕਹਿੰਦੀ, ਇੱਥੇ ਆ ਕੇ ਮੁੱਕਰ ਗਈ, ਪਹਿਲਾਂ ਇੰਡੀਆ ਕਹਿੰਦੀ ਸੀ ਤੂੰ ਮੇਰਾ ਮੁੰਡਾ ਤੇਰੇ ਤੋਂ ਬਿਨਾਂ ਰਹਿ ਨਹੀਂ ਸਕਦਾ, ਰਾਈਟ, ਨਾ ਮੈਂ ਤੇਰੇ ਤੋਂ ਬਿਨਾਂ ਰਹਿ ਸਕਦੀ ਹਾਂ, ਦੁਨੀਆ ਇੱਧਰਲੀ ਉੱਧਰ ਹੋ ਜਾਊਗੀ, ਪਰ ਮੈਂ ਤੇਰਾ ਤੇ ਮੇਰੇ ਮੁੰਡੇ ਨੇ ਤੇਰਾ ਖਹਿੜਾ ਨਹੀਂ ਛੱਡਣਾ। ਉਸ ਤੋਂ ਬਾਅਦ ਜਦੋਂ ਇੱਥੇ ਆ ਜਾਂਦੀ ਆ, ਜਾਣੀ ਕਿ ਉਹਨਾਂ ਤੋਂ, ਮੇਰੇ ਦੇਰ ਤੋਂ, ਤਾਂ ਮੇਰੇ ਆਦਮੀ ਤੋਂ ਡਰਦੀ ਮਾਰੀ ਇਹ ਗੱਲ ਕਹਿੰਦੀ ਸੀ, ਕਹਿੰਦੀ ਇਹ ਰਿਸ਼ਤਾ ਹੋ ਹੀ ਨਹੀਂ ਸਕਦਾ। ਜਦੋਂ ਉਹ ਇੱਥੋਂ ਚਲੇ ਗਿਆ ਮੇਰੇ ਘਰੋਂ ਨੂੰ ਤਾਂ ਮੇਰੇ ਮੁੰਡੇ ਨੂੰ ਛੱਡ ਕੇ ਚਲੇ ਗਿਆ ਨਾ, ਉਸ ਟਾਈਮ ਇਸ ਜਨਾਨੀ ਨੇ ਕਿਹਾ ਵੀ ਹੁਣ ਤੂੰ ਵੀ ਆਪਣੇ ਰਾਹੇ ਪੈ। ਬਲਵੀਰ ਨੂੰ ਪਤਾ ਸੀਗਾ ਜਦੋਂ ਘਰ ਵਿੱਚ ਆਏ ਆ, ਮਤਲਬ ਜਦੋਂ 에ਅਰਪੋਰਟ ਤੋਂ ਲੈਣ ਗਿਆ ਸੀ ਜਗਵੰਤ ਨੂੰ ਤੇ ਬਲਵਿੰਦਰ ਕੌਰ ਨੂੰ, ਆਪਣੀ ਮਾਸੀ ਤੇ ਮਾਸੀ ਦੇ ਮੁੰਡੇ ਨੂੰ? ਮੈਂ ਸਿਰਫ, ਮੈਨੂੰ ਇਹ ਕਹਿੰਦਾ ਸੀ ਜੇ ਤੂੰ ਨਾ ਆਈ, ਜਿਹੜਾ ਤੇਰਾ ਪੇਪਰ ਹੈ, ਮੈਨੂੰ ਇਹਨਾਂ ਨੇ ਇਸ ਕਰਕੇ, ਮੈਂ ਜਦੋਂ ਇਹਨਾਂ ਨੂੰ ਰਿਸੀਵ ਕਰਨਾ ਸੀ 에ਅਰਪੋਰਟ ਤੋਂ, ਮੈਨੂੰ ਇਹ ਕਹਿੰਦੇ ਸੀ ਦੋਨੇ ਹੀ ਮਾਂ ਪੁੱਤ, ਜੇ ਤੂੰ ਨਾ ਆਈ ਸਾਨੂੰ ਲੈਣ, ਅਸੀਂ ਉਹ ਤੇਰੀਆਂ ਫੋਟੋਆਂ ਜਿਹੜੀਆਂ, ਮੁੰਡਾ ਮੈਨੂੰ ਇਹ ਗੱਲ ਕਹਿੰਦਾ ਸੀ, ਜਿਹੜੀਆਂ ਤੇਰੀਆਂ ਫੋਟੋਆਂ ਉਹ ਅਸੀਂ ਬਲਵੀਰ ਨੂੰ ਦਿਖਾਲ ਦੇਣੀਆਂ। ਮੈਂ ਇਸ ਕਰਕੇ ਇਹਨੂੰ ਰਿਸੀਵ ਕਰਨ ਗਈ ਸੀ ਵੀ ਮੈਂ ਜਿਹੜਾ ਉਹ ਪੇਪਰ, ਇਹ ਜਿਹੜੀ ਫੋਟੋਆਂ ਤੁਹਾਡੀਆਂ, ਇਹਦੀਆਂ ਫੋਟੋ, ਤੁਹਾਡੀਆਂ ਫੋਟੋਆਂ ਕਾਹਦੀਆਂ ਸੀਗੀਆਂ? ਇੰਡੀਆ ਵਿੱਚ ਖਿੱਚੀਆਂ ਸੀਗੀਆਂ ਤੁਸੀਂ? ਨਹੀਂ ਭਾਜੀ ਮੈਨੂੰ ਨਹੀਂ ਪਤਾ ਇਹਨਾਂ ਨੇ ਕਿੱਦਾਂ ਖਿੱਚੀਆਂ ਉਹ ਫੋਟੋਆਂ, ਮੇਰੀਆਂ ਮੁੰਡੇ ਨੇ, ਆਈ ਡੋਂਟ ਨੋ ਕਿੱਦਾਂ ਖਿੱਚੀਆਂ ਆ।
ਪਰ ਮੈਨੂੰ ਇੰਨਾ ਪਤਾ ਵੀ ਮੇਰੀਆਂ ਇਹਨੇ ਫੋਟੋਆਂ ਖਿੱਚੀਆਂ ਉਹ ਮੈਨੂੰ ਪਤਾ ਵੀ ਇਹਨੇ ਫੋਟੋ ਕਿਹੜੀਆਂ ਸੀਗੀਆਂ? ਫੋਟੋ ਸੀਗੀਆਂ ਜਿਹੜੀਆਂ ਕਿ ਮਤਲਬ ਤੁਸੀਂ ਕਹਿ ਸਕਦੇ ਆ ਕਿ ਦੇਖਣ ਯੋਗ ਨਹੀਂ ਹੈ, ਅਸ਼ਲੀਲ ਫੋਟੋਆਂ ਤੁਹਾਡੀਆਂ ਦੇਖਣ ਯੋਗ ਨਹੀਂ ਗੀਆਂ। ਤੁਸੀਂ ਜਦੋਂ ਇੰਡੀਆ ਗਏ ਸੀਗੇ ਤੁਹਾਡੇ ਨਾਲ ਇਹਦਾ ਮਤਲਬ ਰਿਲੇਸ਼ਨ ਬਣ ਗਿਆ ਮੁੰਡੇ ਨਾਲ? ਹਾਂਜੀ, ਇਹਨਾਂ ਨੇ ਮੈਨੂੰ ਬਲੈਕਮੇਲ ਕੀਤਾ, ਮੈਨੂੰ ਨਹੀਂ ਪਤਾ ਇਹਨਾਂ ਨੇ ਕਾਹਤੇ ਮੇਰੇ ਲਈ ਉਹ ਫੋਟੋਆਂ ਖਿੱਚੀਆਂ, ਕਿਉਂਕਿ ਖਿੱਚੀਆਂ ਇਹਨਾਂ ਨੇ ਤਾਂ ਕਰਕੇ ਸੀ ਉਹ ਜਿਹੜਾ ਪੇਪਰ ਸੀਗਾ ਉਹਦੇ ਤੇ ਇਹਨਾਂ ਨੇ ਖੱਤਾ ਲਿਖਾਇਆ ਸੀ ਮੇਰੇ ਕੋਲੋਂ, ਮੇਰੇ ਨਾਂ ਤੇ। ਨਹੀਂ ਪੈਸੇ ਤੈਨੂੰ ਦਵਾਂਗੇ ਤਾਂ ਖੱਤਾ ਅਸੀਂ ਛਡਾ ਲਾਂਗੇ। ਉਹ ਪੇਪਰ ਮੈਂ ਇੱਥੇ ਲੈ ਆਈ ਸੀਗੀ ਕੋਲ, ਹਨਾ। ਨਹੀਂ ਮੁੰਡਾ ਜਿਹੜਾ ਜਗਵੰਤ ਮੁੰਡਾ ਆ, ਭਾਜੀ ਮੇਰੀ ਗੱਲ, ਜਗਵੰਤ ਜਿਹੜਾ ਲੜਕਾ ਆ, ਇਹਨੇ ਤੁਹਾਡੇ ਨਾਲ ਇਹ ਵਿਆਹ ਕਰਾਉਣਾ ਸੀ? ਤੁਸੀਂ ਵਿਆਹ ਕਰਾਉਣ ਲੱਗੇ ਸੀ ਇਹਦੇ ਨਾਲ? ਇਹ ਕਹਿੰਦਾ ਸੀ ਮੇਰੇ ਨਾਲ ਵਿਆਹ ਕਰਾ। ਮੈਂ ਕਿਹਾ ਠੀਕ ਆ, ਮੈਂ ਵਿਆਹ ਕਰਾਨੀ ਆ ਤੇ ਨਾ ਮੰਨ ਲੈਣੀ, ਮੈਂ ਕਰਾ ਲੈਣੀ ਆ। ਇਹ ਘਰ ਦੇ ਵੀ ਇਹਦੇ ਮੰਨ ਗਏ ਸੀ। ਬਾਅਦ ਦੇ ਵਿੱਚ ਫੇਰ ਮੇਰੇ ਨਾਲ ਰੋਜ਼ ਤੀਏ ਚੌਥੇ ਦਿਨ ਲੜਾਈ ਕਰਨੀ ਜਾਂ ਕਿੱਦਾਂ ਵੀ ਮੇਰੇ ਪੈਸੇ ਕਹਿਣਾ ਸਾਡੇ ਹੱਥ ਤੇ ਰੱਖ ਪੈਸੇ, ਹਨਾ, ਜਿੰਨੇ ਵੀ ਕਮਾਉਣੀ ਆ। ਮੈਂ ਕਿਹਾ ਅੱਜ ਤੱਕ ਮੇਰੇ ਆਦਮੀ ਨੇ ਤਾਂ ਮੈਨੂੰ ਕਦੀ ਏਦਾਂ ਪੈਸੇ ਮੇਰੇ ਕਦੀ ਕਿਹਾ ਹੀ ਨਹੀਂ ਵੀ ਮੇਰੇ ਹੱਥ ਤੇ ਰੱਖ, ਵੀ ਤੁਸੀਂ ਮੁੜੀ ਜਾਣੀ ਕਿ ਇਹ ਗੱਲ ਕਹਿੰਦੀ ਸੀ ਵੀ ਪਿੱਛੇ ਪਾਉਣੇ ਆ ਵੱਡੇ ਮੁੰਡੇ ਨੂੰ। ਤੁਹਾਡੇ ਹਸਬੰਡ ਨੂੰ ਸਭ ਕੁਝ ਜੋ ਵੀ ਡਰਾਮਾ ਹੋਇਆ ਜਾਂ ਕੀਤਾ, ਇਹ ਕਦੋਂ ਪਤਾ ਲੱਗਾ ਤੁਹਾਡੇ ਹਸਬੰਡ ਨੂੰ ਕਿ ਤੁਹਾਡੇ ਰਿਲੇਸ਼ਨ ਜਿਹੜੇ ਆ ਮੇਰੀ ਮਾਸੀ ਦੇ ਮੁੰਡੇ ਨਾਲ ਬਣ ਗਏ ਆ? ਹਾਂਜੀ, ਬਲਵੀਰ, ਤੁਹਾਡੇ ਹਸਬੰਡ ਬਲਵੀਰ ਨੂੰ ਕਦੋਂ ਪਤਾ ਲੱਗਾ ਜਿਸ ਕਰਕੇ ਘਰ ਛੱਡਣ ਨੂੰ ਮਜਬੂਰ ਹੋ ਗਿਆ ਬਲਵੀਰ ਕਿ ਤੁਸੀਂ? ਜਿੱਦਣ ਭਾਜੀ ਪਹਿਲਾਂ ਬੜਾ ਸੋਹਣਾ ਸੀ, ਉਹ ਸਾਡੇ ਨਾਲ ਰਹਿੰਦਾ ਸੀਗਾ, ਹਨਾ। ਜਿੱਦਣ ਉਹ ਇਹਨਾਂ ਨੇ ਪੈਰ ਪਾਇਆ ਹੰਗਰੀ ਦੇ ਵਿੱਚ, ਉਦੋਂ ਉਹ ਸਾਨੂੰ ਇੱਥੋਂ ਛੱਡ ਕੇ ਚਲੇ ਗਿਆ ਮਾਂ ਪੁੱਤ ਨੂੰ। ਉਹਨੂੰ ਪਤਾ ਲੱਗ ਗਿਆ ਕਿ ਤੇਰਾ ਰਿਲੇਸ਼ਨ ਹੈ ਇਹਨਾਂ ਜਗਵੰਤ ਨਾਲ? ਹਾਂਜੀ, ਉਹਨੂੰ ਪਤਾ ਲੱਗ ਗਿਆ ਸੀਗਾ ਪਹਿਲਾਂ ਹੀ ਜਦੋਂ ਆਏ ਆ ਘਰ? ਹਾਂਜੀ, ਉਹਨੂੰ ਪਹਿਲਾਂ ਹੀ ਪਤਾ ਲੱਗ ਗਿਆ ਸੀਗਾ। ਮੈਨੂੰ ਨਹੀਂ ਪਤਾ ਉਹ ਕਿੱਦਾਂ ਪਤਾ ਲੱਗਾ, ਆਈ ਡੋਂਟ ਨੋ। ਪਰ ਉਹ ਮੇਰੇ ਮੁੰਡੇ ਦਾ ਨਾਂ ਲੈਂਦਾ ਵੀ, ਕਹਿੰਦਾ ਮੈਨੂੰ ਮੁੰਡੇ ਨੇ ਦੱਸਿਆ ਵੀ ਮੰਮਾ ਨੇ ਵੀ ਚਾਚੇ ਨਾਲ ਗੱਲਾਂ ਕਰਦੀ, ਚਾਚੇ ਨੇ ਤਾਂ ਬੀਬੀ ਨਾਲ ਵੀ ਏਦਾਂ ਦੀਆਂ ਗੱਲਾਂ ਕਰਦੇ ਆ। ਤੁਸੀਂ ਸ਼ਾਦੀशुदा ਹੋ, ਤੁਸੀਂ ਮੁੰਡੇ ਨਾਲ ਰਿਲੇਸ਼ਨ ਕਿਉਂ ਬਣਾਏ? ਤੁਸੀਂ ਆਪਣੇ ਘਰ ਵਿੱਚ ਰਹਿ ਰਹੇ ਸੀ, ਤੁਹਾਡੇ ਕੋਲ ਬੱਚਾ ਆ। ਭਾਜੀ ਮੈਂ ਇੰਡੀਆ ਗਈ, ਮੈਨੂੰ ਇੰਡੀਆ ਗਈ ਤੇ ਇਹਨਾਂ ਨੇ ਮੈਨੂੰ ਬਲੈਕਮੇਲ ਇੰਡੀਆ ਗਈ ਤੇ ਮੈਨੂੰ ਨਹੀਂ ਪਤਾ ਇਹਨਾਂ ਨੇ ਮੈਨੂੰ ਕੀ ਖਿਲਾਇਆ, ਇਦਾਂ ਦਾ ਕੀ ਖਿਲਾ ਕੇ ਇਹਨਾਂ ਨੇ ਮੈਨੂੰ ਮੇਰੇ ਨਾਲ ਮੈਂ ਹੁਣ ਤੁਹਾਨੂੰ ਕੀ ਕਹਿ ਸਕਦੀ ਆ, ਮੁੰਡੇ ਨੇ ਜਾਣੀ ਕਿ ਮੇਰੇ ਨਾਲ ਕੀ ਕੁਛ ਕੀਤਾ। ਸੋ ਮਤਲਬ ਤੁਹਾਡੇ ਨਾਲ ਇੱਕ ਕਿਸਮ ਦਾ ਉਹਨਾਂ ਨੇ ਵਿਆਹ ਨਹੀਂ ਕੀਤਾ, ਉਂਝ ਤੁਸੀਂ ਇੱਕ ਹਸਬੰਡ ਵਾਈਫ ਦੀ ਤਰ੍ਹਾਂ ਸਿਰਫ ਮੇਰੇ ਨਾਲ ਉਹਦਾ ਰਿਲੇਸ਼ਨ ਰੱਖਿਆ। ਉਸ ਟਾਈਮ ਕਹਿੰਦੇ ਸੀ ਅਸੀਂ ਤੇਰਾ ਇਹਦੇ ਨਾਲ ਵਿਆਹ ਕਰ ਦਾਂਗੇ। ਬੁੜੀ ਜਾਣੀ ਕਿ ਖੁਦ ਕਹਿੰਦੀ, ਜਿਹੜਾ ਚਾਚਾ ਆ ਜਿਹਦੇ ਦਾੜੀ ਕੇਸ ਰੱਖੀ ਫੋਟੋ ਭੇਜੀ ਆ, ਉਹ ਕਹਿੰਦਾ ਵੀ ਸੀ, ਕਹਿੰਦਾ ਬਲਵਿੰਦਰ ਇਹ ਕੀ ਹੋਣ ਡਿਆ ਆ ਆਪਣੇ ਘਰ ਦੇ ਵਿੱਚ, ਕੁੜੀ ਨੂੰ ਕਹੇ ਆਪਣੇ ਘਰ ਪੇਕੀ ਚੱਲ ਜਾਵੇ, ਚਾਹੇ ਇੱਥੇ ਪੁਆਧਰੀ ਜਾ ਕੇ ਰਵੇ। ਉਹਨੂੰ ਇਹਨੇ ਜਨਾਨੀ ਨੇ ਇਸਨੇ ਕਿਹਾ ਬਈ ਤੈਨੂੰ ਬੜਾ ਪਤਾ, ਕਹਿੰਦੀ ਚੁੱਪ ਕਰਕੇ ਬਹਿ ਜਾ। ਇਹਦੀ ਬਲਵਿੰਦਰ ਕੌਰ ਘਰ ਵਾਲੇ ਦਾ ਨਾਂ ਕੀ ਹੈ? ਇਹ ਗੁਰਦੀਪ ਸਿੰਘ ਆ, ਇਹ ਦੂਜਾ ਘਰ ਵਾਲਾ ਆ ਇਹਦਾ। ਓ ਅੱਛਾ, ਬਲਵਿੰਦਰ ਕੌਰ ਜਿਹੜੀ ਕਿ ਤੁਹਾਡੇ ਘਰ ਵਾਲੀ ਦੀ ਮਾਸੀ ਆ, ਇਹਦਾ ਦੂਜਾ ਵਿਆਹ ਹੈ? ਹਾਂਜੀ, ਇਹ ਦੇਰ ਦੇ ਘਰ ਬੈਠੀ ਆ। ਤਾਂ ਇਹਦਾ ਹਸਬੰਡ ਕਿੱਥੇ ਆ? ਇਹਦਾ ਹਸਬੰਡ ਪਤਾ ਨਹੀਂ ਮਰ ਗਿਆ ਆ, ਪਤਾ ਨਹੀਂ ਜਿੰਦਾ ਆ, ਪਤਾ ਨਹੀਂ ਜਾਣੀ ਕਿ ਮੈਨੂੰ ਇਹਨਾਂ ਦੀ ਜਠਾਣੀ ਆ ਜਾਂ ਜਿੱਦਾਂ ਸਾਰੇ ਰਿਸ਼ਤੇਦਾਰ, ਜਿੱਦਾਂ ਹੁਣ ਸਾਂਝੇ ਰਿਸ਼ਤੇਦਾਰ ਆ, ਸਾਰੇ ਇਹ ਕਹਿੰਦੇ ਵੀ ਪਤਾ ਨਹੀਂ ਸੀਗਾ ਜਿੰਦਾ ਆ, ਪਤਾ ਨਹੀਂ ਮਰ ਗਿਆ। ਜਾਣੀ ਕਿ ਇਹਨਾਂ ਦਾ ਭਰਾ ਵੀ ਨਾਰਾਜ਼ ਸੀਗਾ ਇਸ ਗੱਲੋਂ ਕਿ ਵੀ ਇਹਨੇ। ਨਹੀਂ, ਇਹਦੇ ਘਰ ਵਾਲੇ ਦਾ ਨਾਮ ਕੀ ਸੀਗਾ? ਇਹਦੇ ਘਰ ਵਾਲੇ ਦਾ ਨਾਮ ਕੀ ਸੀ? ਬਲਵਿੰਦਰ ਕੌਰ ਵਾਲੇ ਦੇ ਘਰ ਦਾ ਨਾਮ ਕੀ ਸੀਗਾ? ਜਿਹੜਾ ਰੀਅਲ ਘਰ ਵਾਲਾ ਸੀ ਉਹਦਾ ਨਾਮ ਜਸਵੀਰ ਸਿੰਘ ਭੋਲਾ ਸੀ। ਜਸਵੀਰ ਸਿੰਘ ਭੋਲਾ। ਉਹਦਾ ਛੋਟਾ ਨਾਮ ਹੋਰ ਸੀ ਕੋਈ? ਹਾਂਜੀ, ਛੋਟਾ ਨਾ ਭੋਲਾ ਕਹਿ ਕੇ ਸਾਦੇ ਸੀ ਉਹਨੂੰ। ਓਕੇ, ਸੋ ਹੁਣ ਜਿਹੜਾ ਇਹ ਗੁਰਜੀਤ ਸਿੰਘ ਹੈ, ਗੁਰਦੀਪ ਸਿੰਘ ਦੀਪਾ, ਗੁਰਜੀਤ ਸਿੰਘ ਦੀਪਾ, ਕੱਚਾ ਨਾਮ ਦੀਪਾ, ਗੁਰਜੀਤ ਸਿੰਘ ਦੀਪਾ। ਹਾਂਜੀ, ਤੁਸੀਂ ਕਹਿੰਦੇ ਸੀ ਕਿ ਕਿਸੇ ਨੇ ਮਾਰ ਦਿੱਤਾ ਸੀ, ਉਹ ਕੀ ਸੀਗਾ? ਨਹੀਂ, ਉਹ ਇਹ ਮੈਨੂੰ ਗੱਲ ਸੀਗੀ, ਮੈਂ ਫਿਰ ਬਾਅਦ ਚ ਪੁੱਛਿਆ ਸੀਗਾ ਹਨਾ ਇਹਨਾਂ ਦੇ ਘਰ ਦੇ ਕਿਸੇ ਮੈਂਬਰ ਤੋਂ। ਉਹ ਕਹਿੰਦੇ ਨਹੀਂ ਇਦਾਂ ਨਹੀਂ ਹੈਗਾ, ਵੀ ਜਾਣੀ ਕਿ ਇਹ ਕਹਿੰਦੇ ਵੀ ਸਾਡੀ ਉਹਨਾਂ ਦੇ ਨਾਲ ਬਹਿਣੀ ਉੱਠੀ, ਮੈਨੂੰ ਡਰਾਉਂਦੇ ਸੀ ਜਾਣੀ ਕਿ ਹਨਾ। ਪਰ ਫਿਰ ਮੈਂ ਜਦੋਂ ਪੁੱਛਿਆ ਵੀ ਨਹੀਂ, ਉਹ ਕਹਿੰਦੇ ਮਰਿਆ ਨਹੀਂਗਾ, ਨਾ ਪਤਾ ਹੀ ਨਹੀਂ ਲੱਗਾ ਵੀ ਜਿੰਦਾ ਆ ਕਿ ਮਰਿਆ ਆ। ਕੌਣ ਹੈ ਜਿਹੜਾ ਜਸਵੀਰ ਸਿੰਘ ਭੋਲਾ ਆ? ਇਹ ਨਹੀਂ ਪਤਾ ਜਿੰਦਾ ਹੈ ਜਾਂ ਕਿੱਥੇ ਆ। ਸੋ ਉਹ ਪਤਾ ਹੀ ਨਹੀਂਗਾ ਕਿੱਥੇ। ਜਿਹੜਾ ਜਗਵੰਤ ਆ, ਇਹ ਜਸਵੀਰ ਭੋਲੇ ਦਾ ਮੁੰਡਾ ਆ? ਹਾਂਜੀ, ਜਸਵੀਰ ਭੋਲੇ ਦੇ 3 ਨਿਆਣੇ ਆ, ਕੁੜੀ ਆ ਮਨਵੀਰ ਕੌਰ, ਰਣਵੀਰ ਸਿੰਘ ਆ, ਉਹ ਇੰਡੀਆ 'ਚ ਆ, ਤੇ ਜਿਹੜਾ ਗੁਰਜੀਤ ਸਿੰਘ ਦੀਪਾ ਆ, ਇਹਦਾ ਵੀ ਬੱਚਾ ਹੈ ਕੋਈ? ਇਹਦਾ ਕੋਈ ਨਿਆਣਾ ਨਹੀਂਗਾ। ਸੋ ਇਹ ਹੁਣ ਐਜ਼ ਅ ਹਸਬੰਡ ਇਹ ਰਹਿ ਰਿਹਾ ਇਹਨਾਂ ਬਲਵਿੰਦਰ ਕੌਰ ਨਾਲ? ਹਾਂਜੀ, ਇਹ ਪਹਿਲਾਂ ਹੀ ਉਹ ਕਹਿੰਦੇ ਵੀ ਜਦੋਂ ਪਤਾ ਲੱਗਾ ਵੀ ਹੁਣ ਉਹਨੇ ਨਹੀਂ ਆਉਣਾ ਤਾਂ ਫਿਰ ਇਹਦੇ ਬਹਿ ਗਈ ਸੀ। ਭਾਵੇਂ ਕਿ ਤੁਸੀਂ ਮੇਰੇ ਪਿੰਡ ਦੀ ਧੀ ਹੋ, ਪਰ ਇਸ ਮਾਮਲੇ ਦੇ ਵਿੱਚ ਮੇਰੇ ਕੋਈ ਵੀ ਕਮੈਂਟ ਨਹੀਂ ਹੈ। ਪਰ ਮੈਂ ਜੇ ਇਸ ਐਸੀ ਜਗ੍ਹਾ ਤੇ ਬੈਠਾ ਆ,
ਇੱਕ ਐਸੀ ਮੇਰੇ ਵਾਸਤੇ ਪਵਿੱਤਰ ਜਗ੍ਹਾ ਹੈ, ਮੇਰੀ ਰੋਟੀ ਰੋਜ਼ੀ ਆ ਤੇ ਇਹਦੇ ਵਿੱਚ ਸਭ ਦਾ ਸਤਿਕਾਰ ਕਾਇਮ ਹੈ ਅਤੇ ਇਸ 'ਚ ਕਿਸੇ ਦਾ ਵੀ ਰਿਸ਼ਤਾ ਨਹੀਂ ਹੈ। ਪਰ 100% ਗਲਤੀ ਜਿਹੜੀ ਹੈ ਮੈਂ ਤੇਰੀ ਡਿਕਲੇਅਰ ਕਰਨੀ ਚਾਹਾਂਗਾ ਕਿ ਮੇਰੀ ਪਬਲਿਕ ਓਪੀਨੀਅਨ ਦੇਣ ਤੋਂ ਪਹਿਲਾਂ ਤੁਸੀਂ ਇਹ ਸਵੀਕਾਰ ਕਰਦੇ ਹੋ। ਤੁਹਾਡੀ ਮਦਰ ਨੇ ਵੀ ਤੁਹਾਨੂੰ ਰੋਕਿਆ, ਤੁਹਾਡੀ ਭੈਣ ਜਿਹੜੀ ਇੰਗਲੈਂਡ ਵਿੱਚ ਬੈਠੀ ਹੈ ਉਸਨੇ ਵੀ ਰੋਕਿਆ ਅਤੇ ਤੁਸੀਂ ਆਪਣੇ ਘਰ ਵਾਲੇ ਨੂੰ ਧੋਖਾ ਦਿੱਤਾ ਕਿ ਕਿੰਨਾ ਲੱਖ ਰੁਪਈਆ ਲਟਾਇਆ ਤੁਸੀਂ ਇਹਨਾਂ ਨੂੰ? 35 ਲੱਖ ਰੁਪਈਆ। ਹਾਂਜੀ ਅਸੀਂ ਪਬਲਿਕ ਓਪੀਨੀਅਨ ਲੈਣੀ ਚਾਹਾਂਗੇ। ਅਸੀਂ ਕੋਸ਼ਿਸ਼ ਕਰਾਂਗੇ ਸੋ ਸਾਹਿਬ ਕਿ ਉਸ ਪਰਿਵਾਰ ਨੇ ਇੱਕ ਵਾਰ ਟਾਈ ਅਪ ਕਰੋ ਕਿ ਉਹ ਕੀ ਕਹਿਣਾ ਚਾਹੁੰਦੇ ਨੇ ਸਾਨੂੰ। ਹਾਂਜੀ ਹੋਲਡ ਰੱਖੋ ਲਾਈਨ, ਔਰ ਅਸੀਂ ਪਬਲਿਕ ਓਪੀਨੀਅਨ ਲੈਣੀ ਚਾਹਾਂਗੇ। ਪਬਲਿਕ ਓਪੀਨੀਅਨ ਵਾਸਤੇ ਲਾਈਨ ਹੋਲਡ ਰੱਖੋ, ਸਾਡੇ ਲੋਕ ਕੀ ਕਹਿਣਾ ਚਾਹੁੰਦੇ ਨੇ ਜੀ ਪਲੀਜ਼। ਸੋ ਅਜੀਬੋ ਗਰੀਬ ਸਟੋਰੀ ਆ ਔਰ ਇਹਦੇ ਵਿੱਚ ਅਸੀਂ ਹੁਣ ਪਬਲਿਕ ਓਪੀਨੀਅਨ ਲੈਣੀ ਚਾਹਾਂਗੇ, ਸਾਡੇ ਲੋਕ ਕੀ ਕਹਿਣਾ ਚਾਹੁੰਦੇ ਨੇ ਔਰ ਇਹ ਲੜਕੀ ਜਿਹੜੀ ਆ ਕੀ ਕਹਿਣਾ ਚਾਹੁੰਦੀ ਆ। ਲੈਟਸ ਸੀ ਵੀ ਮੂਵ ਕਰਦੇ ਹਾਂ ਜੀ। ਸਿੱਧੂ ਸਾਹਿਬ ਪਲੀਜ਼ ਮੈਨੂੰ ਕਾਲ ਦਿਓ, ਸਿੱਧੂ ਸਾਹਿਬ ਪਲੀਜ਼ ਮੈਨੂੰ ਕਾਲ ਦਿਓ ਫੌਰਨ। ਹਾਂਜੀ ਹਾਂਜੀ ਪਬਲਿਕ ਓਪੀਨੀਅਨ ਜਿਹੜੀ ਪਬਲਿਕ ਓਪੀਨੀਅਨ। ਹਾਂਜੀ ਗੁਰਦੀਪ ਕੀ ਕਹਿਣਾ ਚਾਹੁੰਦੇ ਬੋਲੋ। ਹਾਂਜੀ ਭਾਜੀ ਇਹ ਮੈਨੂੰ ਸਰ ਇਹ ਗੱਲ ਤੋਂ ਜੀ ਇਹ ਲੇਡੀ ਜਿਹੜੀ ਆਈ ਆ ਇਹਦੀ ਜਦ ਵਿਆਹ ਹੋਇਆ ਨਿਆਣਾ ਇਹਦੇ ਉੱਥੇ ਜਾ ਕੇ ਹੁਣ ਕਹਿੰਦੀ ਮੈਨੂੰ ਕੋਈ ਖੜਾਤਾ ਆਹ ਕਰਤਾ ਉਹ ਕਰ ਕੱਖ ਨਹੀਂ ਜੀ। ਇਹਦੀ ਸਹਿਮਤੀ ਨਾਲ ਸਾਰਾ ਕੁਝ ਹੋਇਆ, ਹੁਣ ਇਹ ਝੂਠ ਬੋਲਦੀ ਮੈਨੂੰ ਲੱਗਦਾ। ਆਈ ਸੀ। ਸੋ ਇਸ ਹਾਂਜੀ ਅਗਲੀ ਕਾਲ ਪਲੀਜ਼, ਨੈਕਸਟ ਕਾਲ ਜੀ। ਹੁਣ ਇਹ ਇਨਸਾਫ ਚਾਹੁੰਦੀ ਹੈ ਕਿ ਇਨਸਾਫ ਮੈਨੂੰ ਮਿਲੇ। ਇਨਸਾਫ ਕੀ ਮਿਲੇ ਵੀ ਡੋਂਟ ਨੋ। ਔਰ ਇਹਦੇ ਬਾਰੇ ਵਿੱਚ ਇੱਕ ਨੰਬਰ ਹੈ ਮੇਰੇ ਕੋਲ, ਸਿੱਧੂ ਸਾਹਿਬ ਆ ਨੰਬਰ ਟਰਾਈ ਕਰੋ, ਮਾਈਟ ਤੁਸੀਂ ਇਹ ਨੰਬਰ ਨੂੰ ਡਾਲ ਕਰ ਸਕਦੇ ਹੋ। ਹਾਂਜੀ ਕਾਲਰ ਕੀ ਕਹਿਣਾ ਚਾਹੁੰਦੇ? ਬੋਲੇ ਸਰ, ਬੋਲੋ ਜੀ। ਹਾਂਜੀ ਬਾਸੀ ਸਾਹਿਬ ਗੁੱਡ ਮਾਰਨਿੰਗ ਜੀ। ਜੀ ਮਾਰਨਿੰਗ ਜੀ, ਮਾਰਨਿੰਗ ਸਰ ਬੋਲੋ। ਹਾਂਜੀ ਗੱਲ ਇਹ ਹੈ ਜੀ, ਦੇਖੋ ਜਿਸ ਤਰ੍ਹਾਂ ਨਾ ਰਾਂਝੇ ਦੇ 12 ਸਾਲ ਬੱਚਾ ਚਾਰੀਆਂ ਹੀਰ ਦੀਆਂ ਹੀਰ ਧੋਖਾ ਦੇ ਕੇ ਚਲੀ ਗਈ ਸੀਗੀ ਜੀ। ਉਹੀ ਗੱਲ ਹੈ ਕਿ ਇਹ ਕੁੜੀ ਨਹੀਂ ਆ ਵੀ ਇਹਨੇ ਘਰੇ ਨੂੰ ਬਹੁਤ ਵੱਡਾ ਧੋਖਾ ਦਿੱਤਾ ਜੀ। ਜੀ ਇਹ ਵੀ ਗਲਤੀ ਹੈ 100% ਕੁੜੀ ਦੀ। ਹੁਣ ਦੇਖੋ ਮਗਰੋਂ ਜਵਾਨੀ ਢਲੀ ਤੋਂ ਬਾਅਦ ਫਿਰ ਇਹ ਗਲਤੀਆਂ ਮੰਨਦੇ ਆਪਾਂ ਲੋਕ। ਇਹ ਸਰੇਆਮ ਕੁੜੀ ਦੀ ਗਲਤੀ ਆ ਭਾਈ ਇਹਦੇ। ਲਵਜੀਤ ਤੁਸੀਂ ਆਪਣੇ ਮਾਸੀ ਦੇ ਮੁੰਡੇ ਆਪਣੇ ਘਰ ਵਾਲੇ ਛੱਡ ਕੇ, ਮਾਸੀ ਦੇ ਮੁੰਡੇ ਦੀ 22 ਸਾਲ ਉਮਰ ਹੈ, ਸ਼ਾਦੀशुदा ਹੈਗੀ ਆ, ਤੂੰ ਉਹਦੇ ਨਾਲ ਇਹ ਜੋ ਕੁਛ ਕੀਤਾ ਇਸ ਜ਼ਿੰਮੇਵਾਰ ਤੂੰ ਖੁਦ ਆਪ ਹੈ। ਔਰ ਅਸੀਂ ਉਸ ਕੀ ਨਾ ਜਗਵੰਤ ਮੈਂ ਨੰਬਰ ਦੇਵਾਂਗਾ ਪ੍ਰੋਸੀਡ ਕਰਨ ਨੂੰ। ਹਾਂਜੀ ਮਿਹਰਬਾਨੀ ਜੀ ਕਾਲਰ। ਅਸੀਂ ਨੈਕਸਟ ਕਾਲ ਜਾ ਰਹੇ ਹਾਂ। ਕਾਲਰ ਸਤਿ ਸ਼੍ਰੀ ਅਕਾਲ ਜੀ, ਕੀ ਕਹਿਣਾ ਚਾਹੁੰਦੇ ਹੋ? ਸਤਿ ਸ਼੍ਰੀ ਅਕਾਲ ਬਾਸੀ ਸਾਹਿਬ ਜੀ, ਕੀ ਕਹਿਣਾ ਚਾਹੁੰਦੇ ਹੋ? ਹਾਂਜੀ ਬਾਸੀ ਸਾਹਿਬ ਪਹਿਲਾਂ ਮੈਂ ਭੈਣ ਜੀ ਨੂੰ ਇੱਕ ਗੱਲ ਕਹਿਣਾ ਚਾਹੁੰਦੀ ਆ ਕਿ ਭੈਣੇ ਤੂੰ ਆਪਣਾ ਘਰ ਆਪ ਪੱਟਿਆ ਆ ਤੇ ਹੁਣ ਇੱਥੇ ਚੈਨਲ ਤੇ ਆ ਕੇ ਕੀ ਚਾਹੁੰਦੀ ਆ ਕਿ ਤੇਰਾ 35 ਲੱਖ ਰੁਪਈਆ ਵਾਪਸ ਆ ਜਾਵੇ। ਠੀਕ ਹੈ ਨਾ। ਇੱਕ ਤੁਸੀਂ ਗਲਤ ਰਿਲੇਸ਼ਨ ਆਪਣੀ ਫੈਮਿਲੀ ਦੇ ਵਿੱਚ, ਬਾਕੀ 36000 ਫੈਮਲੀਆਂ ਇਸ ਸ਼ੋਅ ਨੂੰ ਦੇਖ ਰਹੀਆਂ। ਭੈਣੇ ਮੇਰਾ ਤਾਂ ਨਾਲ ਮੇਰਾ ਦੇਰ ਰਹਿੰਦਾ ਹੈ, ਮੈਂ ਤਾਂ ਪੁੱਤਾਂ ਨਾਲੋਂ ਵੀ ਜ਼ਿਆਦਾ ਉਹਦਾ ਕਰਦੀ ਆ। ਠੀਕ ਹੈ ਨਾ। ਇਹ ਤੂੰ ਆਪਣੇ ਆਪ ਪੈਰ ਕੁਹਾੜਾ ਮਾਰਿਆ। ਠੀਕ ਹੈ ਨਾ। ਤੇ ਹੁਣ ਇਹ ਤੈਨੂੰ ਭੁਗਤਣਾ ਪੈਣਾ। ਨਾ ਤੇਰਾ ਬੰਦਾ ਰਿਹਾ, ਤੇਰਾ ਪੁੱਤ ਵੀ ਗਾਂ ਵੱਡਾ ਹੋ ਕੇ ਨੋਹ ਵਾਲਾ ਹੋ ਕੇ ਵੀ ਤੈਨੂੰ ਮਿਹਣੇ ਮਾਰੂਗਾ ਕਿ ਮਾਤਾ ਤੂੰ ਤਾਂ ਆ ਸੀ। ਠੀਕ ਹੈ ਨਾ। ਇਹ ਗੱਲ ਬਿਲਕੁਲ ਗਲਤ ਆ ਜੀ। ਫੈਮਿਲੀ ਦੇ ਵਿੱਚ ਤੁਸੀਂ ਜਿਹੜਾ ਤੁਹਾਡੇ ਹਸਬੈਂਡ ਦੇ ਨਾਲ ਪਿਆਰ ਆ ਨਾ, ਉਹ ਜਦ ਕਿਸੇ ਹੋਰ ਨਾਲ ਤੁਸੀਂ ਵੰਡਦੇ ਆ ਤਾਂ ਆਹ ਸਮਾਂ ਆਉਣਾ ਹੀ ਆਉਣਾ। ਇਹ ਗਰਕ ਜਾਣਾ ਦੁਨੀਆ ਨੇ ਜੀ। ਬਹੁਤ ਮਾੜੀ ਗੱਲ ਹੈ, ਬਹੁਤ ਮਾੜੀ। ਇਹ ਖੁਦ ਸਮਝ ਰਹੀ ਹੈ ਕਿ ਲਵਜੀਤ ਕਹਿੰਦੀ ਕਿ ਮੇਰੇ ਤੋਂ ਗਲਤੀ ਹੋਈ ਹੈ, ਮੈਂ ਪਛਤਾ ਰਹੀ ਹਾਂ। ਲਵਜੀਤ ਇਸ ਤਰ੍ਹਾਂ ਤੂੰ ਪਛਤਾ ਰਹੀ ਹੈ, ਗਲਤੀ ਤੇਰੇ ਤੋਂ ਹੋਈ ਹੈ? ਭਾਜੀ ਮੈਂ ਬਹੁਤ ਪਛਤਾ ਰਹੀ ਹਾਂ, ਮੈਂ ਬਹੁਤ ਪਛਤਾ ਰਹੀ ਹਾਂ ਕਿ ਮੈਂ ਉਹਨਾਂ ਦੇ ਧੜੇ ਚੜ ਕੇ ਮੈਂ ਆਪਣਾ ਘਰ ਕਿਉਂ ਬਰਬਾਦ ਕੀਤਾ। ਪਰ ਮੈਨੂੰ ਉਹਨਾਂ ਨੇ ਏਦਾਂ ਕਮਲੀ ਕਰ ਦਿੱਤਾ ਸੀ ਕਿ ਮੈਨੂੰ ਦੀਦਾ ਹੀ ਕੱਖ ਨਹੀਂ ਸੀ। ਇੱਕ ਸਿਰਫ ਉਹਨਾਂ ਨੇ ਮੈਨੂੰ ਬਾਹਰ ਆਉਣ ਦੀ ਖਾਤਰ ਮੇਰੇ ਨਾਲ ਇਹ ਗੇਮ ਖੇਲੀ। ਇਹਦੇ ਦੱਸਣ ਇਹ ਕਹਿੰਦੀ ਮੈਂ ਤਾਂ ਬਰਬਾਦ ਹੋਈ ਹਾਂ। ਮੈਂ ਲੋਕਾਂ ਨੂੰ ਦੱਸਣਾ ਚਾਹੁੰਦੀ ਕਿ ਪੁਆਲ ਜਿਹੜੇ ਆਂਦੀ ਇਹ ਬਲਵਿੰਦਰ ਕੌਰ ਪਿੰਡ ਇਹ ਰੁੜਕਾ ਹੈ ਔਰ ਤਲਵੰਡੀ ਆ ਸੌਰੀ ਬਰਬਾਦ ਹੋਈ ਆ ਹਨਾ। ਪਰ ਮੈਂ ਇਹ ਚਾਹੁੰਦੀ ਮੈਂ ਬਈ ਹੋਰ ਕਿਸੇ ਧੀ ਪੁੱਤ ਦੇ ਨਾਲ ਨਾ ਕੋਈ ਏਦਾਂ ਦੀ ਉਹ ਗੇਮ ਖੇਲਣ ਮਾਂ ਪੁੱਤ। ਆਈ ਸੀ। ਇਹ ਤਲਵੰਡੀ ਆ ਬਲਵਿੰਦਰ ਕੌਰ ਤੇ ਪਿੰਡ ਰੁੜਕੇ ਤੋਂ ਆਏ, ਰੁੜਕੇ ਪੇਕੇ ਆ ਇਹਦੇ ਬਲਵਿੰਦਰ ਕੌਰ ਦੇ। ਔਰ ਇਹਦੇ ਮੁੰਡੇ ਨਾਲ ਜਗਵੰਤ ਹੈ, ਇਹਨੇ ਉਹਨਾਂ ਨੂੰ ਸੱਦਿਆ ਆ ਔਰ ਇਹਨਾਂ ਤੋਂ ਪੈਸੇ ਲੈ ਲਏ 35 ਲੱਖ। ਤਾਂ ਹੁਣ ਜਿਹੜਾ ਆ ਉਹ ਇਹਨੂੰ ਘਰੋਂ ਕੱਢ ਦਿੱਤਾ ਆ ਔਰ ਨਾ ਘਰ ਦੀ ਨਾ ਘਾਟ ਦੀ। ਸੋ ਦੇਖੋ ਕੁੜੀ ਜਿਹੜੀ ਆ ਹੁਣ ਬਾਹਰ ਦੀ ਵਾਲੀ ਗੱਲ ਹੋ ਗਈ ਆ। ਮੈਂ ਇਹ ਨਹੀਂ ਕਹਿੰਦੀ ਵੀ ਮੈਨੂੰ ਮੇਰਾ ਜਾਂ ਕਿੱਦਾਂ ਵੀ ਮੈਂ, ਪਰ ਇਹ ਮੋਰੇ ਤੁਹਾਡੇ ਸਾਰਿਆਂ ਦੇ ਮੋਰੇ ਇਹ ਰੱਖਣਾ ਚਾਹੁੰਦੀ ਆ ਕਿ ਮੇਰੇ ਨਾਲ ਜੋ ਕੁਝ ਹੋਇਆ ਆ ਨਾ, ਮੈਂ ਕਹਿੰਦੀ ਵੀ ਗਾਂ ਕਿਸੇ ਹੋਰ ਦੀ ਧੀ ਪੁੱਤ ਦੇ ਨਾਲ ਉਹ ਏਦਾਂ ਦੀ ਕੋਈ ਗਲਤ ਹਰਕਤ ਨਾ ਕਰਨ ਕਿ ਉਹ ਜੋ ਵੀ ਉਹਨਾਂ ਨੇ ਕੀਤਾ ਆ। ਪਰ ਉਹ ਕੀ ਕਹਿੰਦੇ ਹੁੰਦੇ ਮਹਾਰਾਜ ਨੂੰ ਪਤਾ ਜਾਂ ਕੀ ਕਹਿੰਦੇ ਹੁੰਦੇ ਆ ਮੈਨੂੰ ਪਤਾ ਆ ਜਾਂ ਇੱਥੇ ਜਿਹੜੇ ਪਬਲਿਕ ਮੇਰੇ ਨਾਲ ਇਸ ਕੰਟਰੀ ਦੇ ਵਿੱਚ ਰਹਿੰਦੀ ਆ ਉਹਨਾਂ ਨੂੰ ਸਾਰਾ ਹੀ ਇਸ ਹਕੀਕਤ ਦਾ ਬਾਰੇ ਪਤਾ ਆ ਕਿ ਇਹਨਾਂ ਨੇ ਮੇਰੇ ਨਾਲ ਕਿੱਦਾਂ ਕੀ ਕੁਝ ਕੀਤਾ। ਨੈਕਸਟ ਕਾਲ ਪ੍ਰੋਸੀਡ ਕਰਦੇ ਹਾਂ ਜੀ। ਅਗਲੀ ਕਾਲਰ ਬੋਲੋ ਜੀ। ਹਾਂਜੀ
ਇਹਨਾਂ ਨੂੰ ਥੋੜੀ ਜਿਹਾ ਸ਼ਰਮ ਜੀ ਨਹੀਂ ਆਈ ਕਿ ਮੁੰਡੇ ਦੇ ਆਪਣੇ ਹਸਬੈਂਡ ਦੇ ਮਾਸੀ ਦੇ ਮੁੰਡੇ ਨਾਲ ਗੱਲ ਕਰਦੇ ਇਹ ਬੜੀ ਵੱਡੀ ਗੱਲ ਹੈ ਫੈਮਿਲੀ ਦੇ ਵਿੱਚ ਕਿਸੇ ਨਾਲ ਗੱਲ ਕਰਨਾ, ਕਿਸੇ ਨਾਲ ਰਿਲੇਸ਼ਨ ਬਣਾਉਣੇ। ਤੁਸੀਂ ਘਰ 'ਚ ਬੜੇ ਵਧੀਆ ਰਹਿ ਰਹੇ ਹੋ, ਤੁਸੀਂ ਹੈਪੀ ਹੋ, ਖੁਸ਼ ਹੋ, ਇਹਦਾ ਮੀਨਸ ਤੁਸੀਂ ਸਟਾਰਟ ਕੀਤਾ ਚੀਟ ਕਰਨਾ, ਰਾਈਟ। ਨਾਲੇ ਕੋਈ ਮੂੰਹ ਚੱਕ ਕੇ ਕਿਸੇ ਨੂੰ 35 ਲੱਖ ਰੁਪਇਆ ਇੰਨੀ ਵੱਡੀ ਰਕਮ ਇਦਾਂ ਹੀ ਨਹੀਂ ਦੇ ਦਿੰਦਾ। ਤੁਸੀਂ ਥੋੜਾ ਸੋਚੋ ਨਾਲ। ਸਾਨੂੰ ਅੱਜ ਤੱਕ ਕਿਸੇ ਨੇ ਬਲੈਕਮੇਲ ਕੀਤਾ, ਫੋਰਸ ਕੀਤਾ ਜਾਂ ਤੇਰੇ ਨਾਲ ਰਿਲੇਸ਼ਨ ਬਣਾਉਣੇ, ਇਦਾਂ ਕੋਈ ਕਿਸੇ ਨੂੰ ਕਿੱਦਾਂ ਕਰ ਸਕਦਾ ਹਨਾ? ਇਦਾਂ ਦੈਟਸ ਇੰਪੋਸੀਬਲ। ਇਹ ਇੰਪੋਸੀਬਲ ਹੈ, ਇਹ 'ਚ ਤੁਸੀਂ ਗਲਤ ਹੋ। ਜੇ ਤੁਸੀਂ ਆਪਣੇ ਘਰ 'ਚ ਖੁਸ਼ ਹੋ, ਜੇ ਹੈਪੀ ਨਹੀਂ ਹੈ, ਮੈਂ ਸਾਰਿਆਂ ਨੂੰ ਕਹਿਣਾ ਜੇ ਤੁਸੀਂ ਹੈਪੀ ਨਹੀਂ ਹੈਗੇ ਪਹਿਲੇ ਪੇਪਰ ਵਰਕ ਕਰੋ, ਡਿਵੋਰਸ ਕਰੋ। ਜੇ ਨਹੀਂ ਵਰਕਆਊਟ ਹੁੰਦਾ ਫੇਰ ਜਾ ਕੇ ਆਪਣੇ ਮੂੰਹ ਬੋਨ ਹੋਵੋ। ਏਦਾਂ ਨਾ ਮੂੰਹ ਚੱਕ ਕੇ ਕਿਸੇ ਨੂੰ ਮਰਜ਼ੀ ਡੇਟ ਕਰਨ ਲੱਗ ਜਾਓ, ਰਿਲੇਸ਼ਨ 'ਚ ਆ ਜਾਓ। ਆਪਣਾ ਪਿੱਛੇ ਪਤਾ ਨਹੀਂ ਹੁੰਦਾ ਕੁਝ, ਆਪਣਾ ਘਰ ਸਾਂਭੀਦਾ ਹੁੰਦਾ ਪਹਿਲਾਂ, ਫੇਰ ਜਾ ਕੇ ਸਾਰਾ ਕੁਝ ਦੇਖੀਦਾ ਹੁੰਦਾ। ਮਿਹਰਬਾਨੀ। ਅਗਲੀ ਕਾਲਰ ਗੋ ਹੈਡ ਜੀ। ਜੀ ਮੈਨੂੰ ਇਹਨਾਂ ਦੀ ਆਵਾਜ਼ ਨਹੀਂ ਸੁਣੀ, ਪਲੀਜ਼ ਰਿਪੀਟ ਕਰੋਗੇ? ਹਾਂਜੀ ਮੈਂ ਦੱਸੋ ਕਿ ਉਹ ਕਹਿੰਦੇ ਕਿ ਤੁਹਾਨੂੰ ਤੁਹਾਡੀ ਗਲਤੀ 100%। ਕਾਲਰ ਬੋਲੋ ਜੀ, ਪ੍ਰੋਸੀਡ ਕਰੋ। ਹੈਲੋ, ਸਤਿ ਸ਼੍ਰੀ ਅਕਾਲ ਜੀ। ਜੀ ਬੋਲੋ ਜੀ, ਬੋਲੋ। ਹਾਂਜੀ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਇਹ ਭੈਣ ਜੀ ਹੁਣਾਂ ਦੀ 100% ਗਲਤੀ ਹੈ ਔਰ ਸਰ ਸਭ ਰਹਿਣ ਦਾ ਫੇਕ ਕੱਲ ਪ੍ਰੋਸੀਡ ਕਰ। ਹਾਂਜੀ ਜੀ ਹਾਂਜੀ। ਤੇ ਇਹਨਾਂ ਨੂੰ ਆਪਣੇ ਹਸਬੰਡ ਦੇ ਨਾਲ ਕੋਈ ਪ੍ਰੋਬਲਮ ਸੀ, ਕਿਉਂ ਇਹਨਾਂ ਨੇ ਇਹ ਸਟੈਪ ਚੱਕਿਆ ਸੀਗਾ ਜੀ? ਆਪਣੇ ਲਵ ਜੀ, ਤੁਹਾਨੂੰ ਤੁਹਾਡਾ ਜਿਹੜਾ ਹਸਬੰਡ ਹੈ ਤੁਸੀਂ ਕਹਿੰਦੇ ਹੀਰੇ ਵਰਗਾ ਸੀਗਾ, ਤੁਹਾਨੂੰ ਦੁੱਖ ਦਿੰਦਾ ਸੀ ਕੋਈ? ਤੁਹਾਨੂੰ ਕਿਉਂ ਇਦਾਂ ਹੋਣਾ? ਐਕਚੁਅਲੀ ਕੀ ਕੀਤਾ ਜੀ, ਮੈਨੂੰ ਦੱਸਿਆ ਇਹਨਾਂ ਨੇ, ਜਿਹੜੀ ਬਲਵਿੰਦਰ ਕੌਰ ਹੈ ਦੀ ਮਾਸੀ ਆ, ਉਹਨੇ ਇਹਨੂੰ ਐਸੀ ਪੱਟੀ ਪੜਾਈ ਆ ਕਿ ਤੇਰੇ ਘਰ ਵਾਲਾ ਬਲਵੀਰ ਜਦੋਂ ਇੰਡੀਆ ਆਉਂਦਾ ਤੇ ਉਹ ਕੁੜੀਆਂ ਰੱਖਦਾ ਆ। ਹਾਂਜੀ, ਇਹਨਾਂ ਕੋਲ ਕੋਈ ਪ੍ਰੂਫ ਸੀਗਾ? ਇਹਨਾਂ ਨੂੰ ਇਹੋ ਜੀ ਗੱਲ ਮਤਲਬ ਇਹ ਕੰਨਾਂ 'ਚ ਭਰ ਦਿੱਤੇ। ਕੁਝ ਔਰਤਾਂ ਹੁੰਦੀਆਂ ਵੀ ਆ ਜਿਹੜੀਆਂ ਕਿ ਹਰ ਵੇਲੇ ਕਹੋਗੇ ਅਸੀਂ ਅੱਖੀ ਦੇਖਦੇ ਆ ਜਾਂ ਮੁੰਡਾ ਕਹੀ ਜਾਂਦਾ ਕਿ ਅਸੀਂ ਸਾਰਾ ਕੁਝ ਦੇਖਿਆ। ਮੈਂ ਉਹਨਾਂ ਤੇ ਯਕੀਨ ਕੀਤਾ, ਮੈਂ ਉਹਨੂੰ ਆਪਣੀ ਮਾਂ ਤੋਂ ਵੀ ਵੱਧ ਕੇ ਉਹਦੇ ਨਾਲ ਰਿਲੇਸ਼ਨ ਸੀਗੇ ਮਾਤਾ ਦੇ ਨਾਲ, ਹਨਾ। ਪਰ ਉਹਨਾਂ ਨੇ ਮੇਰੇ ਨਾਲ ਕੀ ਕੀਤਾ, ਮੈਨੂੰ ਸਿਰਫ ਬਾਹਰ ਆਉਣ ਦੀ ਖਾਤਰ ਇੱਥੇ ਕੀ ਕਹਿੰਦੇ ਹੁੰਦੇ ਆ, ਮੇਰਾ ਘਰ ਬਰਬਾਦ ਉਸ ਲੇਡੀ ਨੇ ਕੀਤਾ, ਹਨਾ। ਪਰ ਉਹਨੂੰ ਇਹ ਨਹੀਂ ਪਤਾ ਵੀ ਚੱਲ ਪੈਸੇ ਨਹੀਂ ਦੇਣੇ, ਨਾ ਦਿੰਦੀ, ਹਨਾ, ਪੈਸੇ ਨਾ ਦਿੰਦੀ, ਕੀ ਕਹਿੰਦੇ ਹੁੰਦੇ ਬਾਹਰ ਵੀ ਆ ਜਾਂਦੇ, ਪਰ ਮੇਰਾ ਘਰ ਤਾਂ ਨਾ ਬਰਬਾਦ ਕਰਦੇ ਜਿਹੜਾ ਉਹਨਾਂ ਨੇ ਮੇਰੇ ਨਾਲ ਗੇਮਾਂ ਖੇਲੀਆਂ। ਹਾਂਜੀ, ਇਹਦੇ ਵਿੱਚ ਤੁਸੀਂ ਉਹਨਾਂ ਨੂੰ ਨਹੀਂ ਬਲੇਮ ਕਰ ਸਕਦੇ, ਤੁਹਾਡੇ ਕੋਲ ਬਹੁਤ ਲੰਮਾ ਟਾਈਮ ਸੀ, ਤੁਸੀਂ ਉੱਥੇ ਜਾਂਦੇ ਸੀ, ਆਉਂਦੇ ਸੀਗੇ, ਟੋਟਲੀ ਤੁਹਾਡਾ ਕਸੂਰ ਹੈ। ਉਹ ਜਿਹੜੇ ਭੈਣ ਜੀ ਪਹਿਲਾਂ ਗੱਲਾਂ ਕਹਿ ਕੇ ਗਏ, ਉਹਦੇ ਨਾਲ ਗੱਲ ਕੀਤੀ, ਭਾਜੀ ਉਹਨਾਂ ਨਾਲ ਫੋਨ ਤੇ ਗੱਲ ਕਰਦੇ ਪਏ ਸੀ ਨਾ, ਉਹਨਾਂ ਨੇ ਮੈਨੂੰ ਉਸ ਵੇਲੇ ਉਹਨਾਂ ਨੂੰ ਪਤਾ ਸੀ ਵੀ ਹੁਣ ਸਾਡੇ ਤੇ ਭਾਰੀ ਪੈਣ ਵਾਲੀ ਆ, ਉਹਨਾਂ ਨੇ ਇੰਨੇ ਕੁ ਫੋਨ ਕੀਤੇ ਨਾ ਮੈਨੂੰ ਜਿਹੜੇ ਪੁੱਛੋ ਨਾ। I see. Anyway, next call or ਦੱਸੇ ਕਿ okay, Lovejeet, hold on, please, hold on. ਮੀਡੀਆ ਤੇ ਤੱਕ ਨਾ ਜਾ। Lovejeet, hold on. Sweet Mahal ਦੇ ਸੁੱਖਾ ਜੀ ਬੋਲੋ, ਪੇਸ਼ ਹੈ। ਹਾਂਜੀ ਬੋਲੋ, ਕਾਲਰ ਲਾਈਨ ਕੱਟ ਗਏ ਨੇ ਕਾਲਰ। ਹਾਂਜੀ ਕਾਲਰ ਗੋ ਹੈਡ ਜੀ, ਬੋਲੋ। ਸਭ ਲਾਈਨ ਕੱਟ ਹੋ ਰਹੀਆਂ ਨੇ। ਗੁੱਡ ਮਾਰਨਿੰਗ ਜੀ। ਹਾਂਜੀ ਬੋਲੋ ਜੀ। ਬਾਸੀ ਸਾਹਿਬ, ਉਹ ਸਿੱਧਾ ਇਹਨਾਂ ਦੀ ਗਲਤੀ ਹੈ ਜੀ, ਠੀਕ ਹੈ ਨਹੀਂ? ਆਪਣਾ ਕੀ ਨਾਮ ਹੈ, ਜਦ ਸਭ ਤੋਂ ਪਹਿਲੀ ਇਹ ਸ਼ੁਰੂਆਤ ਹੀ ਹੋਈ ਸੀ, ਉਦੋਂ ਹੀ ਆਪਣੇ ਘਰ ਵਾਲੇ ਨਾਲ ਗੱਲ ਕਰ ਲੈਂਦੇ ਕਿ ਹਾਂ ਵੀ ਭਾਈ ਮੈਨੂੰ ਐਵੇਂ ਬਲੈਕਮੇਲ ਕਰਦੇ ਨੇ ਇਹ, ਉਦੋਂ ਹੀ ਆਪਣੇ ਘਰ ਵਾਲੇ ਨੂੰ ਦੱਸ ਦਿੰਦੇ, ਐਡੀ ਦੂਰ ਤੱਕ ਤਾਂ ਗੱਲ ਹੀ ਨਾ ਜਾਂਦੀ ਜੀ। ਇਹਦਾ ਮਾਸੀ ਦੀ ਕਿੱਥੋਂ ਗਲਤੀ ਆ ਗਈ, ਮੈਨੂੰ ਤਾਂ ਇਹ ਗੱਲ ਨਹੀਂ ਸਮਝ ਲੱਗਦੀ। ਲਵ ਜੀ, ਤੁਹਾਨੂੰ ਦੱਸਣਾ ਚਾਹੀਦਾ ਸੀ ਆਪਣੇ ਹਸਬੈਂਡ ਨੂੰ ਜਿਹੜੇ 15 ਸਾਲ ਗੁਜ਼ਾਰੇ, ਇੱਕ ਬੱਚੇ ਨੂੰ ਜਨਮ ਦਿੱਤਾ ਆ, ਕਿ ਮੇਰੇ ਨਾਲ ਜਿਹੜੀ ਤੇਰੀ ਮਾਸੀ ਹੈ ਤੇ ਮਾਸੀ ਦਾ ਮੁੰਡਾ ਇਹੋ ਜਿਹੀ ਹਰਕਤਾਂ ਕਰ ਰਿਹਾ, ਤੁਹਾਨੂੰ ਦੱਸਣਾ ਚਾਹੀਦਾ ਸੀਗਾ। ਇਹ ਤੁਹਾਡੀ ਬਹੁਤ ਵੱਡੀ ਜ਼ਿੰਦਗੀ ਦੀ ਅਪੋਲ ਹੈ। ਅਤੇ ਹਸਬੈਂਡ ਨੇ ਮੈਨੂੰ, ਮੈਂ ਜਦੋਂ ਹਸਬੈਂਡ ਨੂੰ ਪਤਾ ਲੱਗਾ ਸੀ ਨਾ ਇਸ ਗੱਲ ਬਾਰੇ, ਉਹਨਾਂ ਨੇ ਮੈਨੂੰ ਕੀ ਕਹਿੰਦੇ, ਹੁਣ ਮੈਂ ਤੁਹਾਨੂੰ ਕਿੱਦਾਂ ਕਹਾਂ, ਉਹਨਾਂ ਨੇ ਮੈਨੂੰ ਇੱਕ ਵਾਰੀ ਨਹੀਂ ਕਿਹਾ ਵੀ ਲਵ ਜੀ ਤੂੰ ਇਹ ਕੰਮ ਕਿਉਂ ਕਰਦੀ ਆ, ਜਾਂ ਮੇਰੇ ਤੋਂ ਬੰਦਾ ਕਹਿੰਦਾ ਵੀ ਹਾਂ ਲਵ ਜੀ ਮੈਂ ਤੈਨੂੰ ਮੈਂ ਜਾਂ ਕੁੱਟਦਾ ਜਾਂ ਕੁਛ ਵੀ ਕਰਦਾ, ਉਹਨੇ ਮੈਨੂੰ ਇੱਕ ਵਾਰੀ ਨਹੀਂ ਇਹ ਗੱਲ ਕਹੀ ਸੀ ਕਿ ਵੀ ਤੂੰ ਹਟ ਜਾ ਇਸ ਕੰਮ ਤੋਂ। ਹਾਂ, ਉਹਨੇ ਸਿਰਫ ਚੁੱਪ ਕਰਕੇ ਇੱਥੋਂ ਚਲੇ ਗਿਆ, ਰਾਈਟ। और फिर सियान बरती और चापने सब कुछ चले गया, तो अपने आप समझती। हाँ जी, अगली कॉल जी, तुम कुछ कहना चाहते हो? ऐड करोगे मिलता। हाँ जी बोलो जी। हेलो, कॉल लाइन ते 209 नंबर। हेलो, हाँ जी बोलो जी, जल्दी करो सर, टाइम वेस्ट हो रहा। हाँ जी ਆਪਣੇ ਜੀ ਇਹ ਇੰਡੀਆ ਦੇ ਵਿੱਚ ਕੰਮ ਹੈ ਕਿ ਵੀ ਚੱਲਦਾ ਹੀ ਆ, ਜਿਹੜੇ ਬਾਬੇ ਬੈਠੇ ਹੁੰਦੇ ਨਾ ਆਪਣੇ ਉੱਥੇ ਝੋਪੜੀਆਂ ਲਾ ਕੇ, ਉਹਦੀ ਉਹ ਕੁੜੀਆਂ 'ਚ ਬਣਾ ਕੇ ਕੁਛ ਦੇ ਦਿੰਦੇ, ਉਹ ਆਪਾਂ ਜਦੋਂ ਕੁੜੀ ਕੇ ਕੋਈ ਵੱਸ ਵੀ ਕਰਨੀ ਹੈ ਉਹਨੂੰ ਪਾ ਕੇ ਕੁਛ ਦੇ ਦੇਣਾ ਵਿੱਚ, ਜਨਾਨੀ ਵੱਸ 'ਚ ਹੋ ਜਾਂਦੀ ਹੈ ਜੀ। ਅਗਲੀ ਕਾਲ ਜੀ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਜੀ ਬੋਲੋ ਜੀ, ਬੋਲੋ। ਬਾਸੀ ਸਾਹਿਬ, ਮੈਂ ਇੱਕੋ ਗੱਲ ਕਰਨਾ ਚਾਹੁੰਦਾ, ਹੁਣ ਭਾਜੀ ਲਾਸਟ ਕਾਲਰ ਕਹਿ ਗਏ ਨੇ ਪੁੜੀਆਂ ਪੜੀਆਂ ਦੇ ਦਿੰਦੇ ਹਨਾ, ਉਹ ਕੋਈ ਇਦਾਂ ਦੀ ਗੱਲ ਨਹੀਂ ਹੈਗੀ, ਕੁਛ ਇਦਾਂ ਦੀ ਕੁਝ ਨਹੀਂ ਹੈਗਾ, ਸਿੱਧਾ ਭੈਣ ਜੀ ਦਾ ਕਸੂਰ ਹੈਗਾ, ਠੀਕ ਹੈ ਜੀ। ਹੁਣ ਕੱਲ ਨੂੰ ਮੈਂ ਆਪਣੇ ਤੇ ਗੱਲ ਲਾ ਕੇ ਕਹਿਣਾ, ਜੇ ਮੇਰੀ ਵਾਈਫ ਕੱਲ ਨੂੰ ਉੱਠ ਕੇ ਮੇਰੇ ਕਿਸੇ ਬ੍ਰਦਰ ਦੇ ਨਾਲ ਜਾਂ ਮੇਰੇ ਕਿਸੇ ਫਰੈਂਡ ਦੇ ਨਾਲ ਇਦਾਂ ਦੇ ਰਿਲੇਸ਼ਨ ਬਣਾਉਂਦੀ ਆ,
ਮੈਂ ਫੋਰਨ ਕੰਟਰੀ 'ਚ ਰਹਿ ਰਿਹਾ, ਆਪਾਂ ਨੂੰ ਪਤਾ ਹੈ ਬਾਹਰਲੀਆਂ ਕੰਟਰੀਆਂ ਦੇ ਕਾਨੂੰਨ ਕੀ ਨੇ। ਇੱਕ ਵਾਰ ਜਨਾਨੀ ਤੇ ਹੱਥ ਚੱਕਿਆ, ਜੇ ਜਨਾਨੀ ਨੂੰ ਕੁਝ ਕਿਹਾ, ਜਦੋਂ ਜਨਾਨੀ ਕਿਸੇ ਦੇ ਪਿਆਰ 'ਚ ਅੰਨੀ ਹੋ ਜਾਂਦੀ ਨਾ, ਉਹ ਆਪਣੇ ਬੰਦਾ ਨੂੰ ਬੰਦਾ ਨਹੀਂ ਸਮਝਦੀ ਤੇ ਧੀ ਪੁੱਤ ਨੂੰ ਧੀ ਪੁੱਤ ਨਹੀਂ ਸਮਝਦੀ, ਠੀਕ ਹੈ ਨਾ। ਭੈਣ ਜੀ ਦਾ ਕਸੂਰ ਆ, ਭੈਣ ਜੀ ਕੋਲ ਬਹੁਤ ਟਾਈਮ ਸੀਗਾ। ਸਾਰਿਆਂ ਨੂੰ ਪਤਾ ਅੱਜ ਕੱਲ੍ਹ ਲੋਕੀ ਬਾਹਰ ਆਉਣ ਵਾਸਤੇ ਕੋਈ ਨਾ ਕੋਈ ਹੱਥ ਕੰਡੇ ਅਪਣਾਉਂਦੇ ਰਹਿੰਦੇ ਨੇ, ਠੀਕ ਆ। ਇਹਨਾਂ ਦੀ ਗਲਤੀ ਆ, ਇਹਨਾਂ ਦੇ ਫਿਜ਼ੀਕਲ ਰਿਲੇਸ਼ਨ ਬਣੇ ਉਸ ਮੁੰਡੇ ਦੇ ਨਾਲ। ਜੇ ਇਹੀ ਗੱਲ ਇਹਨਾਂ ਦਾ ਬੰਦਾ ਕਿਸੇ ਜਨਾਨੀ ਨਾਲ ਫਿਜ਼ੀਕਲ ਰਿਲੇਸ਼ਨ ਬਣਾਉਂਦਾ, ਇਹਨਾਂ ਨੇ ਬਰਦਾਸ਼ਤ ਨਹੀਂ ਕਰਨਾ, ਇਹਨਾਂ ਨੇ ਬੰਦੇ ਨੂੰ ਛੱਜ 'ਚ ਪਾ ਕੇ ਛੱਡ ਦੇਣਾ ਸੀ ਚੰਗੀ ਤਰ੍ਹਾਂ, ਠੀਕ ਹੈ। ਇਹਨਾਂ ਦੇ ਰਿਲੇਸ਼ਨ ਬਣੇ, ਮੈਂ ਕਹਿੰਦਾ ਇਹਨਾਂ ਦਾ ਹਸਬੈਂਡ ਚੰਗਾ ਹੈ, ਚੁੱਪ ਚਪੀਤੇ ਘਰੋਂ ਚਲਾ ਗਿਆ। ਤੁਹਾਡੇ ਕੋਲ ਹਾਲੇ ਵੀ ਟਾਈਮ ਹੈਗਾ, ਤੁਸੀਂ 35-40 ਲੱਖ ਛੱਡੋ, ਆਪਣਾ ਬੰਦਾ ਜੇ ਤੇ ਵਾਪਸ ਆਉਂਦਾ ਦੈਟਸ ਗੁੱਡ, ਨਹੀਂ ਤੇ ਆਪਣੀ ਜ਼ਿੰਦਗੀ ਕੰਮ ਕਰੋ, ਆਪਣੀ ਜ਼ਿੰਦਗੀ ਨੂੰ ਅੱਗੇ ਵਧੋ, ਕਿਸੇ ਨੂੰ ਬਲੇਮ ਨਾ ਕਰੋ। ਜ਼ਿੰਦਗੀ ਤੁਸੀਂ ਆਪਣੀ ਆਪ ਖਰਾਬ ਕੀਤੀ ਆ, ਕਿਸੇ ਨੇ ਨਹੀਂ ਖਰਾਬ ਕੀਤੀ। ਜਦੋਂ ਤੁਹਾਡਾ 15 ਸਾਲ ਵਿਆਹ ਨੂੰ ਹੋ ਗਏ ਆ, ਇੱਕ ਤੁਹਾਡਾ ਬੱਚਾ ਆ, ਹਸਬੈਂਡ ਹੈ ਜੇ ਤੁਹਾਡਾ, ਉਹਦੇ ਨਾਲ ਹੀ ਤੁਸੀਂ ਆਪਣੀ ਗੁੱਡ ਲਾਈਫ ਦੇਖ ਰਹੇ, ਤੁਹਾਡੀ ਨਹੀਂ ਬਣ ਰਹੀ ਤੇ ਤੁਸੀਂ ਦੂਜੇ ਕੋ ਕਿਉਂ ਜਾ ਰਹੇ ਹੋ? ਜੇ ਤੁਸੀਂ ਆਪੇ ਥੋੜੀ ਦੇਰ ਪਹਿਲੇ, ਮੈਂ ਸਾਰਾ ਸ਼ੋਅ ਸੁਣ ਰਿਹਾ ਭੈਣ ਜੀ, ਇੱਕ ਮਿੰਟ ਮੇਰੀ ਸੁਣ ਲਓ। ਮੈਂ 5 ਸਾਲ ਤੋਂ ਪਿਛਲੇ ਤੋਂ ਬਾਸੀ ਸਰ ਦਾ ਸ਼ੋਅ ਸੁਣਦਾ, ਮੈਂ ਸਾਰੀ ਤੁਹਾਡੀ ਸੁਣੀ ਆ, ਮੈਂ ਫੇਰ ਕਾਲ ਕੀਤੀ ਆ, ਠੀਕ ਆ। ਤੁਸੀਂ ਪਹਿਲੇ ਕਿਹਾ ਭੈਣ ਜੀ ਮੇਰੀ ਸੁਣੋ, ਮੇਰੀ ਸੁਣੋ, ਤੁਸੀਂ ਪਹਿਲੇ ਕਿਹਾ ਮੇਰਾ ਬੰਦਾ ਸੀਗਾ ਹੀਰਿਆਂ ਵਰਗਾ। ਜੇ ਤੁਹਾਡਾ ਬੰਦਾ ਹੀਰਿਆਂ ਵਰਗਾ ਸੀਗਾ, ਤੁਹਾਡੀ ਹਰੇਕ ਚੀਜ਼, ਤੁਹਾਡੀ ਖੁਆਇਸ਼ਾਂ ਪੂਰੀਆਂ ਕਰਦਾ ਸੀਗਾ, ਤੁਹਾਡਾ ਮਤਲਬ ਹੀ ਨਹੀਂ ਸੀ ਬਣਦਾ ਤੀਜੇ ਬੰਦੇ ਕੋ ਜਾਣ ਦਾ। ਹੁਣ ਤੁਸੀਂ ਕਹਿੰਦੇ ਪਿਓ ਮੈਨੂੰ ਪਤਾ ਨਹੀਂ ਕੀ ਕਰਤਾ ਕੀ ਨਹੀਂ ਕਰਤਾ। ਏਦਾਂ ਹੁਣ ਮੈਂ ਬੈਠਾ, ਮੈਂ ਕੈਨੇਡਾ 'ਚ ਬੈਠਾ, ਮੈਂ ਤੁਹਾਨੂੰ ਦੂਰ ਬੈਠਿਆਂ ਨੂੰ ਕਿੱਦਾਂ ਕੁਝ ਕਰ ਦਾਂਗਾ? ਤੁਸੀਂ ਤੇ ਹੰਗਰੀ 'ਚ ਬੈਠੇ ਸੀਗੇ, ਉਹ ਇੰਡੀਆ ਤੋਂ ਬੈਠੇ, ਤੁਹਾਨੂੰ ਕਿੱਦਾਂ ਕੁਝ ਕਰ ਦੇਣਗੇ? ਤੂਨੇ ਟੰਬਰਾਂ ਦੀਆਂ ਗੱਲਾਂ ਭੈਣ ਮੇਰੀਏ, ਤੂਨੇ ਟੰਬਰਾਂ ਵਾਲੀਆਂ ਗੱਲਾਂ ਤੇ ਯਕੀਨ ਨਾ ਕਰੋ, ਕੋਈ ਨਾ ਯਕੀਨ ਕਰੋ। ਮੈਂ ਸਾਰੇ ਲਿਸਨਰ ਨੂੰ ਕਹਿਣਾ ਚਾਹਨਾ, ਆ ਟੂਣਾ ਟੰਬਰ ਕੁਝ ਨਹੀਂ, ਆਪਣੇ ਮਨ ਦਾ ਵਹਿਮ ਆ। ਥੈਂਕ ਯੂ ਸੋ ਮਚ ਕਾਲ। ਬਾਬੇ ਨਾਨਕ ਤੇ ਭਰੋਸਾ ਰੱਖੋ, ਗੁਰੂ ਗ੍ਰੰਥ ਸਾਹਿਬ ਤੇ ਭਰੋਸਾ ਰੱਖੋ, ਇਹ ਟੂਣੇ ਟੰਬਰਾਂ ਦੇ ਨਾ ਰੱਖੋ। ਜ਼ਿੰਦਗੀ ਆਪ ਬਰਬਾਦ ਕਰਦੇ ਆ। ਕਾਲਰ ਥੈਂਕਸ ਜੀ, ਥੈਂਕ ਯੂ ਬਾਸੀ ਸਾਹਿਬ, ਥੈਂਕ ਯੂ ਮੌਕਾ ਦਿੱਤਾ ਬੋਲਣ ਦਾ ਜੀ। ਅਗਲੀ ਕਾਲ। ਸਤਿ ਸ਼੍ਰੀ ਅਕਾਲ ਜੀ, ਹੈਲੋ। ਕਾਲ ਲਾਈਨ ਤੇ, ਤੁਸੀਂ ਬੋਲੋ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਹੈਲੋ ਭਾਜੀ, ਤੁਸੀਂ ਲਾਈਨ ਤੇ ਹੋ, ਲਾਈਨ ਡ੍ਰੌਪ ਹੋ ਜਾਣੀ ਹੈ ਲਾਈਨ ਤੇ। ਹਾਂਜੀ ਭਾਜੀ, ਗੁਰਬਾਣੀ ਦਾ ਫਰਮਾਨ ਆ ਵੀ ਜੈਸਾ ਬੀਜੈ ਸੋਲੂ ਨੇ ਕਰਮਾ ਸੰਧੜਾ ਖੇਤ। ਇਹ ਲੜਕੀ ਨੇ ਆਪਦੇ ਘਰ ਵਾਲੇ ਨੂੰ ਧੋਖਾ ਦਿੱਤਾ ਤੇ ਇਹਨੂੰ ਅੱਗੇ ਧੋਖਾ ਹੀ ਮਿਲਣਾ ਸੀਗਾ। ਮਾੜਾ ਕਰਾਂਗੇ ਤਾਂ ਮਾੜਾ ਫਲ ਪ੍ਰਾਪਤ ਹੋ ਜਾਣਾ, ਚੰਗੇ ਦਾ ਚੰਗਾ। ਇਹ ਗਲਤੀ ਆਈ ਲੜਕੀ ਦੀ ਬਿਲਕੁਲ। ਆਪਣੇ ਨਾਗਪਾਲ ਜੀ ਦਾ ਨੰਬਰ ਸੰਦੇਸ਼ ਦਿਓਗੇ? ਤੁਹਾਡੇ ਪਾਸ ਨੰਬਰ ਹੈ? ਜਿਹੜਾ ਘਰ, ਜਿਹੜਾ ਇੱਕ ਘਰ ਦੇ ਰਹੇ, ਇੱਕ ਪ੍ਰਾਈਵੇਟ ਘਰ ਹੈ, ਰਵੀਨ ਲਾਟ ਹੈ, ਅਤੇ ਇਹ ਘਰ ਬਹੁਤ ਸਾਫ ਸੁਥਰਾ 2 ਬੈਡਰੂਮ ਦੀ ਬੇਸਮੈਂਟ ਹੈ ਅਤੇ 4 ਬੈਡਰੂਮ ਉੱਪਰੋਂ ਨੇ, ਅਤੇ ਇਹ ਰਵੀਨ ਲਾਟ ਹੋਣ ਕਰਕੇ ਬੜਾ ਸਸਤਾ ਘਰ ਵੇਚ ਜਾ ਰਿਹਾ। ਨੰਬਰ ਨੋਟ ਕਰ ਲਓ, ਅਤੇ ਇੰਨਾ ਸਸਤਾ ਤੁਹਾਨੂੰ ਘਰ ਨਹੀਂ ਮਿਲਣਾ, ਔਰ ਬਹੁਤ ਸਾਫ ਸੁਥਰਾ ਘਰ ਹੈ। ਹਾਂਜੀ ਬੋਲੋ ਨੰਬਰ। ਜੀ ਬਿਲਕੁਲ ਜੀ, ਨਾਗਪਾਲ ਸਾਹਿਬ ਦਾ ਨੰਬਰ ਹੈ ਜੀ 416 816 5207 416 816 5207। ਜੀ ਸਵੀਟ ਮੈਲ ਸੁੱਖਾ ਜੀ ਕਹਿੰਦੇ ਨੇ ਕਿ ਆਓ ਮਨਪਸੰਦ ਦਾ ਖਾਣਾ ਖਾਣ ਲਈ ਸਵੀਟ ਮੈਲ ਹੈ, ਯਾਦ ਰੱਖੋ। ਹਾਂਜੀ ਕਾਲ, ਆਪਣੇ ਨੈਕਸਟ ਕਾਲ ਲਵਪ੍ਰੀਤ, ਗੋ ਹੈਡ। ਸਤਿ ਸ਼੍ਰੀ ਅਕਾਲ ਭਾਜੀ, ਮੈਂ ਬਸ ਪੁੱਛਣਾ ਚਾਹੁੰਦਾ ਸੀ ਇਹਨਾਂ ਨੂੰ, ਜਦੋਂ ਇਹਨਾਂ ਨੇ ਆਲਰੇਡੀ ਲਾਈਕ ਮੈਰਿਡ ਸੀਗੇ, ਇਹ ਫਿਰ ਇਹਨਾਂ ਨੇ ਇੰਡੀਆ ਦੇ ਵਿੱਚ ਜਾ ਕੇ ਆਪਦੇ ਮਾਸੀ ਦੇ ਮੁੰਡੇ ਦੇ ਨਾਲ ਕਿਉਂ ਰਿਲੇਸ਼ਨ ਬਣਾਏ ਨੇ? ਇਹਨਾਂ ਨੇ ਜਦੋਂ ਆਲਰੇਡੀ ਹੈਪੀਲੀ ਮੈਰਿਡ ਨੇ ਤਾਂ ਇਹਨਾਂ ਨੇ ਬਹੁਤ ਗਲਤ ਕੀਤਾ ਆ। ਅਗਲੀ ਕਾਲ ਜੀ, ਕਾਲਰ ਗੋ ਹੈਡ ਜੀ। ਹੈਲੋ ਹਾਂਜੀ ਵੀਰ ਜੀ। ਜੀ ਬੋਲੋ ਭੈਣ ਜੀ। ਮੈਂ ਭੈਣ ਨੂੰ ਇਹ ਕਹਿਣਾ ਚਾਹੁੰਦੀ ਆ, ਮੈਨੂੰ ਨਹੀਂ ਪਤਾ ਵੀ ਰਿਲੇਸ਼ਨ ਹੈ, ਮੈਂ ਇਲਜ਼ਾਮ ਨਹੀਂ ਲਾਉਂਦੀ, ਹੋ ਸਕਦਾ ਇਹਨੇ ਚੰਗੇ ਵਾਸਤੇ ਕੀਤਾ ਹੋਵੇ, ਪਰ ਭੈਣ ਮੇਰੀ ਇਹ ਗਲਤੀ ਤੇਰੀ ਬਹੁਤ ਵੱਡੀ ਹੈ। ਤੂੰ ਆਪਣੇ ਹਸਬੰਡ ਨਾਲ ਝੂਠ ਬੋਲ ਕੇ, ਨਹੀਂ ਗੱਲ ਸੁਣੋ ਮੇਰੀ, ਤੁਹਾਡੇ ਇੰਨੇ ਸਾਲਾਂ ਦੀ ਮੈਰਿਜ, ਜਿੱਥੇ ਹਸਬੰਡ ਤੁਹਾਨੂੰ ਝੂਠ ਬੋਲੂਗਾ ਜਾਂ ਤੁਸੀਂ ਝੂਠ ਬੋਲੋਗੇ ਨਾ, ਉੱਥੇ ਕੋਈ ਨਾ ਕੋਈ ਧੋਖਾ ਤਾਂ ਫਿਰ ਆਉਣਾ ਹੀ ਹੈ, ਹਨਾ। ਤੇ ਤੁਹਾਨੂੰ ਬਹੁਤ ਵੱਡੀ ਗਲਤੀ ਹੈ ਜਿਹੜੀਆਂ ਜਨਾਨੀਆਂ ਇਦਾਂ ਝੂਠ ਬੋਲਦੀਆਂ ਨੇ ਆਪਣੇ ਹਸਬੰਡ ਨੂੰ ਦੱਸ ਕੇ, ਬਿਨਾਂ ਉਹਨਾਂ ਦੀ ਪਿੱਠ ਪਿੱਛੇ ਜਾਂ ਕੋਈ ਪੈਸੇ ਭੇਜਦੀਆਂ ਨੇ, ਜਾਂ ਕਿਸੇ ਬਾਬਿਆਂ ਨੂੰ ਦਿੰਦੀਆਂ ਨੇ, ਜਾਂ ਕਿਸੇ ਰਿਸ਼ਤੇਦਾਰ ਨੂੰ ਕਰਦੀਆਂ ਨੇ। ਪੈਸਾ ਤਾਂ ਕਦੀ ਮੈਂ ਭੇਜਿਆ ਹੀ ਨਹੀਂ ਸੀ, ਕਦੀ ਵੀ ਨਹੀਂ ਪੈਸਾ। ਨਹੀਂ ਤੁਸੀਂ ਕਹਿੰਦੇ ਹੋ ਨਾ 35 ਲੱਖ ਦੇਖੋ ਜੀ, ਜਿਹੜੀ ਤੁਸੀਂ ਗੱਲ ਕਰ ਰਹੇ ਹੋ ਪੈਸੇ ਦੀ ਜਾਂ ਧਨ ਦੌਲਤ ਦੀ, ਉਹ ਡਿਫਰੈਂਟ ਹੁੰਦੀ ਆ। ਇੱਕ ਬੰਦੇ ਵਾਸਤੇ ਜਾਂ ਇੱਕ ਔਰਤ ਵਾਸਤੇ ਉਹਦੇ ਪਾਰਟਨਰ ਦੀ ਜਿਹੜੀ ਇੱਜ਼ਤ ਹੁੰਦੀ, ਉਹੀ ਇਨਵੈਸਟਮੈਂਟ, ਉਹੀ ਪ੍ਰਾਪਰਟੀ ਹੁੰਦੀ ਆ। ਬਾਕੀ ਜੇ ਤੁਹਾਡਾ ਰਿਲੇਸ਼ਨ ਵਧੀਆ ਚੱਲ ਰਿਹਾ, ਜਿਹੜੇ ਵੀ ਬੰਦੇ ਦਾ ਜਾਂ ਔਰਤ ਦਾ ਰਿਲੇਸ਼ਨ ਵਧੀਆ ਹੁੰਦਾ ਪਾਰਟਨਰ ਦੇ ਨਾਲ, ਉਹ ਤਾਂ ਕਿਸੇ ਬੰਨੀ ਮਾੜੀ ਨਿਗਾਹ ਨਾਲ ਝਾਕਦਾ ਨਹੀਂ, ਉਹ ਪਹਿਲਾਂ ਹੀ ਅਗਲੇ ਨੂੰ ਭੈਣ ਕਹਿੰਦਾ ਜਾਂ ਭਾਈ ਜੀ ਕਹਿ ਕੇ ਬੁਲਾਉਂਦਾ। ਤੁਸੀਂ ਆਪਦੀ ਧਨ ਦੌਲਤ ਜਿਹੜੀ ਤੁਹਾਡੇ ਕੋਲੇ ਸੀ, ਤੁਸੀਂ ਉਹ ਤਾਂ ਸਾਰੀ ਲੁਟਾਤੀ। ਉਹ ਮੈਂ ਸਲੂਟ ਕਰਦਾ ਜੀ ਬੰਦੇ ਨੂੰ ਜਿਹੜਾ ਚੁੱਪ ਚਪੀਤੇ ਪਾਸੇ ਹੋ ਗਿਆ। ਬਾਕੀ ਰਿਸ਼ਤਿਆਂ ਦੀ ਸ਼ਰਮ ਹੁੰਦੀ ਹੈ ਜੀ, ਨਾ ਹੀ ਤਾਂ ਤੁਹਾਡਾ ਪਾਰਟਨਰ ਤੁਹਾਡੇ ਤੇ ਚੱਤੋ ਪੈਰ ਕੋਈ ਸਿਕਿਉਰਿਟੀ ਕਰ ਸਕਦਾ। ਇਹ ਤਾਂ ਜਿਵੇਂ ਮਾਂ ਪਿਓ ਦੀ ਇੱਕ ਅੱਖ ਦੀ ਸ਼ਰਮ ਹੈ, ਇੱਕ ਝੇਪ ਹੁੰਦੀ ਹੈ, ਰਿਸ਼ਤਿਆਂ 'ਚ ਤਾਂ ਇਹ ਹੁੰਦੀ ਸ਼ਰਮ। ਕੋਈ ਵੀ ਬੰਦਾ ਤੁਹਾਨੂੰ ਸਿਕਿਉਰ ਨਹੀਂ ਕਰ ਸਕਦਾ, ਆਲਵੇਜ਼ ਕਿ ਸਿਕਿਉਰਿਟੀ ਗਾਰਡ ਨਾਲ ਛੱਡਣਾ। ਲਵਜੀਤ, ਇਹ ਤੁਹਾਡੀ ਜ਼ਿੰਦਗੀ ਦੀ ਬਹੁਤ ਵੱਡੀ ਗਲਤੀ ਹੈ, ਔਰ ਅਸੀਂ ਚਾਹਾਂਗੇ ਕੱਲ ਦੇ ਪ੍ਰੋਗਰਾਮ ਵਿੱਚ ਇਸ ਸਟੋਰੀ ਨੂੰ ਦੁਬਾਰਾ ਮੈਂ ਕੋਸ਼ਿਸ਼ ਕੀਤੀ ਹੈ ਕਿ ਉਸ ਪਾਰਟੀ ਨੂੰ ਲਿਆਉਣ ਦੀ। ਉਹਨਾਂ ਨੇ ਸਾਡਾ ਫੋਨ ਅਟੈਂਡ ਕੀਤਾ, ਮੈਂ ਮੈਸੇਜ ਡ੍ਰੌਪ ਕੀਤਾ 2 ਵਾਰੀ। ਸੋ ਜੇ ਉਹ ਪਰਿਵਾਰ ਕੱਲ ਨੂੰ ਆਉਣਾ ਚਾਹੁੰਦਾ ਤਾਂ ਮੋਸਟ ਵੈਲਕਮ, ਆਪਣੀ ਸਾਈਡ ਰੱਖੇ। ਭਾਜੀ ਉਹ ਸੱਚੇ ਹੋਣ ਫੇਰ ਹੀ ਆਉਣ।
ਜੀ ਹਾਂ, ਔਰ ਅਸੀਂ ਕੱਲ ਦੇ ਪ੍ਰੋਗਰਾਮ ਵਿੱਚ ਗੱਲਬਾਤ ਕਰਾਂਗੇ। ਸੋ ਸਾਡਾ ਜਿਹੜਾ ਸਮਾਂ ਹੁਣ ਅੱਗੇ ਦੇ ਰਿਹਾ। ਲਵਜੀਤ, ਭਾਵੇਂ ਕਿ ਤੁਸੀਂ ਮੇਰੇ ਪਿੰਡ ਦੇ ਹੋ, ਪਰ ਜਦੋਂ ਅਸੀਂ ਰੇਡੀਓ ਤੇ ਬੈਠਦੇ ਆ ਮੇਰਾ ਰਿਸ਼ਤਾ ਜਿਹੜਾ ਆ ਉਹ ਸਾਰਿਆਂ ਨਾਲ ਇੱਕੋ ਜਿਹਾ। ਇਹਦੇ ਵਿੱਚ ਫਿਰ ਜਿਹੜਾ ਹੈ ਮੈਂ ਚਾਹੁੰਦਾ ਕਿ ਉਹ ਪਰਿਵਾਰ ਨਾਲ ਗੱਲਬਾਤ ਕੀਤੀ ਜਾਵੇ ਕਿ ਤੁਸੀਂ ਇੱਕ 22 ਸਾਲ ਦੀ ਉਮਰ, ਤੁਹਾਡੀ 33 ਸਾਲ ਦੀ ਉਮਰ, 11 ਸਾਲ ਦੇ ਬੱਚੇ ਦੇ ਨਾਲ ਤੁਸੀਂ ਸਰੀਰਕ ਸੰਬੰਧ ਬਣਾਏ, ਫੋਟੋ ਖਿਚਾਈਆਂ, ਉਹਨੇ ਫੋਟੋ ਜ਼ਬਰਦਸਤ ਖਿੱਚ ਲਈਆਂ, ਫਿਰ ਪੈਸੇ ਦਿੱਤੇ ਆਪਣੇ ਘਰ ਵਾਲੇ ਨੂੰ ਚੋਰੀ, ਅਤੇ ਘਰ ਵਾਲਾ ਚੁੱਪ ਚਪੀਤੇ ਘਰੋਂ ਜਾਣ ਦਾ ਕਾਰਨ ਇਹੀ ਆ ਉਹਨੇ ਸਿਆਣਪ ਵਰਤੀ ਹੈ ਕੋਈ ਐਸੀ ਤੁਹਾਡੇ ਵੱਲੋਂ ਹੋਰ ਨਾ ਕਤਾਹੀ ਕਰਤੀ ਜਾਵੇ, ਉਹ 'ਤੇ ਚਾਰਜ ਲਾਏ ਜਾ ਸਕਣ। ਜਿਵੇਂ ਤੁਸੀਂ ਪਹਿਲਾਂ ਇਹਨੂੰ ਵੀ ਚਾਰਜ ਕਰਾਇਆ ਲੜਕੇ ਨੂੰ, ਅਕੋਰਡਿੰਗ ਟੂ ਯੂ। ਇਸ ਸਟੋਰੀ ਨੂੰ ਅਸੀਂ ਇੱਥੇ ਬੰਦ ਕਰਦੇ ਹਾਂ। ਇਹ ਪਬਲਿਕ ਓਪੀਨੀਅਨ ਦੇ ਵਿੱਚ ਤੁਸੀਂ ਇਸ ਬਹੁਤ ਵੱਡੇ ਲੂਜ਼ਰ ਹੋ। ਪਬਲਿਕ ਓਪੀਨੀਅਨ ਦੇ ਅੱਖਾਂ ਦੇ ਵਿੱਚ ਤੁਸੀਂ ਦੇਖਿਆ ਜਾਵੇ ਕਿ ਅੱਜ ਇਹ ਸਾਬਤ ਕੀਤਾ ਆ ਤੁਹਾਡੀ ਗਲਤੀ ਤੁਸੀਂ ਖੁਦ ਆਪ ਵੀ ਮੰਨੀ ਆ ਤੇ ਲੋਕਾਂ ਨੇ ਵੀ ਕਿਹਾ ਤੁਸੀਂ ਗਲਤ ਹੋ। ਬੜੀ ਮਿਹਰਬਾਨੀ। ਸੋ ਸਭ ਆਪਾਂ ਅੱਗੇ ਲੈਂਦੇ ਆ ਔਰ ਇਹ ਸਾਡਾ ਅੱਜ ਦਾ ਪ੍ਰੋਗਰਾਮ।